ਈਸਾਈ ਭਾਈਚਾਰੇ ਦੇ ਨਾਲ ਸੰਬੰਧਿਤ ਕੁਝ ਲੋਕਾਂ ਦਾ ਤੇ ਸਿੱਖ ਜਥੇਬੰਦੀਆਂ ਦਾ ਟਕਰਾਅ ਹੁੰਦਾ ਔਰ ਉਸ ਤੋਂ ਤੁਰੰਤ ਬਾਅਦ ਇਹ ਘਟਨਾ ਵਾਪਰ ਜਾਂਦੀ ਹੈ। ਆਮ ਬੰਦੇ ਦੇ ਦਿਮਾਗ 'ਚ ਸ਼ਾਇਦ ਇਹ ਜਾਂਦਾ ਕਿ ਹਾਂ 2 ਦਿਨ ਪਹਿਲਾਂ ਇਹ ਲੜੇ ਸੀ ਉੱਥੇ ਤੇ ਹੁਣ ਇਹਨਾਂ ਨੇ ਜਾ ਕੇ ਚਰਚ ਤੋੜਤੀ ਹੋਣੀ ਕਿ ਜਿਹੜੀ ਹਿੰਦੂ ਸਿੱਖ ਨੂੰ ਲੜਾਉਣ ਦੀ ਕੋਸ਼ਿਸ਼ ਸੀ ਉਹ ਪੰਜਾਬ 'ਚ ਪੂਰੀ ਨਹੀਂ ਉਤਰੀ ਤੇ ਬਾਕੀ ਜਥੇਬੰਦੀਆਂ ਸਾਰੀਆਂ ਨੂੰ ਉਹਨਾਂ ਦੇ ਨਾਲ ਜਾ ਕੇ ਖੜ ਜਾਣਾ ਚਾਹੀਦਾ, ਸਾਰੇ ਧਰਮਾਂ ਨੂੰ ਨਾਲ ਜਾ ਕੇ ਖੜ ਜਾਣਾ ਚਾਹੀਦਾ। ਮੈਂ ਸਿੱਧੇ ਤੌਰ ਤੇ ਕਹਿਣਾ ਕਿ ਕਿਉਂਕਿ ਸਿੱਖ ਜਥੇਬੰਦੀਆਂ ਦੇ ਨਾਲ 2 ਦਿਨ ਪਹਿਲਾਂ ਵਿਵਾਦ ਹੁੰਦਾ ਤੇ ਜੇ ਤੁਸੀਂ ਇਹ ਜੋੜ ਕੇ ਦੇਖਦੇ ਹੋ ਤਾਂ ਇਹ ਗਲਤ ਹੈ, ਇਹ ਬਿਲਕੁਲ ਗਲਤ ਹੈ। ਈਸਾਈ ਧਰਮ ਦੇ ਵਾਲੇ ਜਿਹੜੀ ਹੈ ਈਸਾਈ ਵਰਸਸ ਸਿੱਖ ਦੀ ਜਿਹੜੀ ਕ੍ਰੀਏਟ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਇਹ ਉਹ ਹੋ ਰਿਹਾ ਹੈ। ਜਥੇਦਾਰ ਸਾਹਿਬ ਰੋਜ਼ ਕਨਵਰਜਨ ਤੇ ਬੋਲਦੇ, ਪਰ ਅੱਜ ਅਕਾਲ ਤਖਤ ਦੇ ਜਥੇਦਾਰ ਨੂੰ ਇਹ ਕਹਿਣਾ ਚਾਹੀਦਾ ਕਿ ਜਿਹਨੇ ਵੀ ਇਹ ਕੀਤਾ ਉਹਨੂੰ ਸਜ਼ਾ ਮਿਲੇ ਔਰ ਇਹ ਬਰਦਾਸ਼ਤ ਸਿੱਖ ਕੌਮ ਨਹੀਂ ਕਰੂਗੀ। ਈਸਾਈ ਧਰਮ 'ਚ ਪੰਜਾਬ ਦੇ ਵਿੱਚ ਬਹੁਤ ਪਖੰਡੀ ਬੈਠੇ ਆ ਜਿਨ੍ਹਾਂ ਦੀਆਂ ਵੀਡੀਓਜ਼ ਪਲ-ਪਲ ਤੇ ਆਉਂਦੀਆਂ, ਉਹ ਪਖੰਡ ਦੇ ਨਾਲ ਲੋਕਾਂ ਨੂੰ ਭ੍ਰਮਿਤ ਕਰਦੇ ਆ, ਡਰਾਉਂਦੇ ਆ। ਮੈਂ ਮਹਿਸੂਸ ਕਰ ਪਾ ਰਿਹਾ ਕਿ ਇਹ ਸ਼ਰਾਰਤ ਕੀਤੀ ਗਈ ਹੈ ਔਰ ਇਹਦੇ ਪਿੱਛੇ ਜੋ ਲੋਕ ਨੇ ਉਹ ਤੁਰੰਤ ਫੜੇ ਜਾਣੇ ਚਾਹੀਦੇ ਔਰ ਉਹਨਾਂ ਨੂੰ ਬਣਦੀ ਸਜ਼ਾ ਜਿਹੜੀ ਹੈ, ਜਿਹੋ ਜੀ ਬੇਅਦਬੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹੁੰਦੀ ਹੈ, ਜਿਹੋ ਜੀ ਮੰਦਿਰ ਦੇ ਵਿੱਚ ਜਾ ਕੇ ਕਰਨ ਦੀ ਕੋਸ਼ਿਸ਼ ਹੈ, ਇਹ ਬੇਅਦਬੀ ਹੀ ਹੈ। ਕਨਵਰਜਨ ਜਾਂ ਪਖੰਡ ਦੇ ਖਿਲਾਫ ਤਾਂ ਹੈਗੇ ਆ, ਪਰ ਅਸੀਂ ਇਹ ਬਰਦਾਸ਼ਤ ਨਹੀਂ ਕਰਦੇ ਕਿ ਤੁਹਾਡੇ ਗਿਰਜਾ ਘਰ ਦੇ ਉੱਤੇ ਆ ਕੇ ਕੋਈ ਹਮਲਾ ਕਰਦੇ ਜਾਂ ਕੋਈ ਮੂਰਤੀ ਤੋੜਦੇ ਪ੍ਰਭੂ ਯਿਸੂ ਮਸੀਹ ਦੀ। ਕਨਵਰਜਨ ਜਾਂ ਪਖੰਡ ਦੇ ਖਿਲਾਫ ਤਾਂ ਹੈਗੇ ਆ, ਪਰ ਅਸੀਂ ਇਹ ਬਰਦਾਸ਼ਤ ਨਹੀਂ ਕਰਦੇ ਕਿ ਤੁਹਾਡੇ ਗਿਰਜਾ ਘਰ ਦੇ ਉੱਤੇ ਆ ਕੇ ਕੋਈ ਹਮਲਾ ਕਰਦੇ ਜਾਂ ਕੋਈ ਮੂਰਤੀ ਤੋੜਦੇ ਪ੍ਰਭੂ ਯਿਸੂ ਮਸੀਹ ਦੀ। ਸਾਡੀ ਬਿਲੀਫ ਭਾਵੇਂ ਨਾ ਹੋਵੇ, ਪਰ ਅਸੀਂ ਤੁਹਾਡੇ ਬਿਲੀਫ ਨੂੰ ਪ੍ਰੋਟੈਕਟ ਕਰਨ ਵਾਸਤੇ ਆਖਰੀ ਦਮ ਤੱਕ ਲੜਾਂਗੇ। ਸਤਿ ਸ਼੍ਰੀ ਅਕਾਲ, ਔਨ 에ਅਰ ਦੇਖ ਰਹੇ ਹੋ, ਮੈਂ ਪ੍ਰਵਿੰਦਰ ਸਿੰਘ। ਬੀਤੀ ਰਾਤ ਪੰਜਾਬ ਦੇ ਵਿੱਚ ਉਹ ਹੋਇਆ ਜੋ ਨਹੀਂ ਹੋਣਾ ਚਾਹੀਦਾ ਸੀ, ਯਾਨੀ ਕਿ ਤਰਨਤਾਰਨ ਦੇ ਪਿੰਡ ਠੱਕਰਪੁਰਾ ਦੀ ਇੱਕ ਚਰਚ ਦੇ ਵਿੱਚ ਬੇਅਦਬੀ ਹੋਈ, ਭੰਨ-ਤੋੜ ਕੀਤੀ ਗਈ। ਇੱਥੋਂ ਤੱਕ ਕਿ ਭਗਵਾਨ ਦੀਆਂ ਮੂਰਤੀਆਂ ਨੂੰ ਵੀ ਭੰਨਿਆ ਗਿਆ, ਚਰਚ ਕੋਲ ਖੜੀ ਗੱਡੀ ਨੂੰ ਵੀ ਅੱਗ ਦੇ ਹਵਾਲੇ ਕਰ ਦਿੱਤਾ ਗਿਆ। ਇਹ ਸਭ ਕਿਉਂ ਹੋਇਆ? ਕੀ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ? ਇਸ ਸਾਰੀ ਚਰਚਾ ਦੇ ਲਈ ਸਾਡੇ ਨਾਲ ਜੁੜੇ ਨੇ ਸਾਡੇ ਨਿਊਜ਼ ਐਡੀਟਰ ਸਿਮਰਨਜੋਤ ਸਿੰਘ ਮੱਕੜ। ਆਖਿਰ ਕੀ ਮਾਮਲਾ ਹੈ, ਕਿਉਂ ਇਹ ਸਾਰੀ ਘਟਨਾ ਵਾਪਰ ਰਹੀ ਹੈ? ਪੰਜਾਬ 'ਚ ਇੱਕਦਮ ਮਾਹੌਲ ਹੈ ਜਿਹੜਾ ਗਰਮਾ ਜਾਂਦਾ ਹੈ। ਪਰਵਿੰਦਰ, ਇਹ ਪ੍ਰਾਈਮਾ ਫੇਸੀ ਜੋ ਨਜ਼ਰ ਆ ਰਿਹਾ ਹੈ ਉਹ ਇਹ ਹੈ ਕਿ ਇਹ ਇੱਕ ਹੋਰ ਬੇਅਦਬੀ ਦੀ ਘਟਨਾ ਹੈ। ਤੁਸੀਂ ਦੇਖੋ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀਆਂ ਬੇਅਦਬੀਆਂ ਹੁੰਦੀਆਂ, ਮੰਦਿਰਾਂ ਦੇ ਵਿੱਚ ਬੇਅਦਬੀਆਂ ਹੁੰਦੀਆਂ, ਕੁਰਾਨੇ ਸ਼ਰੀਫ ਦੀ ਬੇਅਦਬੀ ਹੁੰਦੀ ਹੈ, ਪਿਛਲੇ 5-7 ਸਾਲਾਂ ਦੇ ਵਿੱਚ ਵਧਿਆ। ਬਿਲਕੁਲ। ਔਰ ਹੁਣ ਕਿਉਂਕਿ ਪਿਛਲੇ 4-5 ਦਿਨਾਂ ਤੋਂ ਈਸਾਈ ਭਾਈਚਾਰੇ ਦੇ ਨਾਲ ਸੰਬੰਧਿਤ ਕੁਝ ਲੋਕਾਂ ਦਾ ਤੇ ਸਿੱਖ ਜਥੇਬੰਦੀਆਂ ਦਾ ਟਕਰਾਅ ਹੁੰਦਾ ਔਰ ਉਸ ਤੋਂ ਤੁਰੰਤ ਬਾਅਦ ਇਹ ਘਟਨਾ ਵਾਪਰ ਜਾਂਦੀ ਹੈ। ਦਿਖਾਉਣ ਦੀ ਇਹ ਕੋਸ਼ਿਸ਼ ਕੀਤੀ ਗਈ ਕਿ ਸ਼ਾਇਦ ਜੋ ਸਿੱਖ ਜਥੇਬੰਦੀਆਂ ਨੇ ਵਿਰੋਧ ਕੀਤਾ ਇਹ ਉਹਦੇ ਨਾਲ ਰਿਲੇਟ ਹੋ ਕੇ ਤੇ ਫਿਰਕੂਵਾਦ ਦੇ ਵੱਲ ਵਧਾਉਣ ਦੀ ਕੋਸ਼ਿਸ਼ ਹੈ। ਪੰਜਾਬ ਦੇ ਲੋਕ ਬਹੁਤ ਸਿਆਣੇ ਨੇ, ਪੰਜਾਬ ਦੇ ਲੋਕ ਇਸ ਗੱਲ ਨੂੰ ਸਮਝਦੇ ਨੇ ਕਿ ਇਹ ਲਗਾਤਾਰ ਇਹ ਚਾਲਾਂ ਚੱਲੀਆਂ ਜਾ ਰਹੀਆਂ ਨੇ। ਮੈਂ ਪੋਲੀਟੀਕਲ ਐਂਗਲ ਵੀ ਇਹਦੇ ਵਿੱਚ ਤੁਹਾਨੂੰ ਮੈਂ ਦੱਸ ਦਿੰਦਾ ਕੀ ਹੈ। ਪੰਜਾਬ ਦੇ ਵਿੱਚ ਜਦੋਂ ਚੋਣਾਂ ਹੋ ਰਹੀਆਂ ਸੀ ਤਾਂ ਸਾਰਾ ਪੰਜਾਬ ਦੀ ਨਜ਼ਰ ਜਿਹੜੀ ਇਸ ਵਾਰੀ ਸੀ ਉਹ ਬਦਲਾਅ ਵੱਲ ਚੱਲ ਰਹੀ ਸੀ। ਆਮ ਆਦਮੀ ਪਾਰਟੀ ਕਹਿ ਰਹੀ ਸੀ ਕਿ ਅਸੀਂ ਇਸ ਵਾਰੀ ਬਦਲਾਅ ਦੇ ਉੱਤੇ ਔਰ ਵਿਕਾਸ ਦੇ ਉੱਤੇ ਚੋਣ ਲੜਾਂਗੇ। ਅਕਾਲੀ ਦਲ ਆਪਣਾ ਵਿੱਚ ਹੋਂਦ ਲੱਭ ਰਿਹਾ ਸੀ। ਕਾਂਗਰਸ ਆਪਣੇ ਆਪ ਨੂੰ ਬਚਾ ਰਹੀ ਸੀ। ਪਿਛਲੇ 5 ਸਾਲਾਂ 'ਚ ਕੀ ਹੋਇਆ? ਔਰ ਬੀਜੇਪੀ ਦੇ ਲੀਡਰਸ ਨੇ ਆ ਕੇ ਸਟੇਟਮੈਂਟਾਂ ਦੇਣੀਆਂ ਸ਼ੁਰੂ ਕੀਤੀਆਂ ਕਿ ਪੰਜਾਬ ਦੇ ਵਿੱਚ ਕਨਵਰਜਨਸ ਹੋ ਰਹੀਆਂ। ਹੁਣ ਵੱਡੀ ਹੈਰਾਨੀ ਦੀ ਗੱਲ ਹੈ ਕਿ ਬੀਜੇਪੀ ਜਿਹੜੀ ਪੰਜਾਬ ਦੇ ਵਿੱਚ ਬਹੁਤਾ ਵੱਡਾ ਹੋਂਦ ਨਹੀਂ ਰੱਖਦੀ, ਬੀਜੇਪੀ ਜਿਹੜੀ ਕਿਸਾਨ ਅੰਦੋਲਨ ਤੋਂ ਬਾਅਦ ਪੰਜਾਬ ਦੀਆਂ ਚੋਣਾਂ ਲੜਨ ਦੀ ਕੋਸ਼ਿਸ਼ ਕਰ ਰਹੀ ਸੀ, ਉਹਦੇ ਲੀਡਰਾਂ ਨੂੰ ਇਸ ਪੱਧਰ ਤੇ ਆ ਕੇ ਪੰਜਾਬ ਦੇ ਵਿੱਚ ਸਿਆਸਤ ਕਿਉਂ ਕਰਨੀ ਪਈ ਔਰ ਉਹ ਬਿਆਨਬਾਜ਼ੀ ਕਿਉਂ ਕਰਨੀ ਪਈ? ਇਹ ਇੱਕ ਪੋਲੀਟੀਕਲ ਐਂਗਲ ਹੈ। ਦੂਜਾ, ਸਪੈਸੀਫਿਕਲੀ ਮੈਂ ਇਸ ਘਟਨਾ ਦੇ ਉੱਤੇ ਆਉਣਾ, ਇਸ ਘਟਨਾ ਨੂੰ ਕਿਸੇ ਦੇ ਨਾਲ ਜੋੜ ਕੇ ਦੇਖਣਾ ਉਦੋਂ ਤੱਕ ਠੀਕ ਨਹੀਂ ਹੈ ਜਦੋਂ ਤੱਕ ਇਹ ਸਬੂਤ ਨਹੀਂ ਆ ਜਾਂਦੇ, ਬੰਦੇ ਫੜੇ ਨਹੀਂ ਜਾਂਦੇ ਔਰ ਇਨਸਾਫ ਨਹੀਂ ਹੋ ਜਾਂਦਾ। ਪਤਾ ਨਹੀਂ ਲੱਗ ਜਾਂਦਾ ਕਿ ਪ੍ਰਭੂ ਯਿਸੂ ਮਸੀਹ ਦੀਆਂ ਮੂਰਤੀਆਂ
ਜਾਂ ਫਿਰ ਮਾਤਾ ਮਰੀਅਮ ਦੀ ਜਿਹੜੀ ਮੂਰਤੀ ਹੈ ਉਹਦੇ ਨਾਲ ਤੋੜ ਭੰਨ ਕਿਹਨੇ ਕੀਤੀ, ਔਰ ਪਵਿੱਤਰ ਚਰਚ ਦੇ ਵਿੱਚ ਜਾ ਕੇ ਕਿਸ ਵਿਅਕਤੀ ਨੇ, ਕੌਣ ਸੀਗੇ, ਉਹਨਾਂ ਦੇ ਪਿੱਛੇ ਕੌਣ ਨੇ, ਤਾਕਤਾਂ ਕੌਣ ਨੇ। ਆਮ ਤੌਰ ਦੇ ਉੱਤੇ ਹੁਣ ਕਿਉਂਕਿ 2 ਦਿਨ ਪਹਿਲਾਂ ਇੱਕ ਘਟਨਾ ਵਾਪਰਦੀ ਹੈ, 2 ਦਿਨ ਪਹਿਲਾਂ ਵੀ ਵਾਪਰੀ, ਇਸ ਤੋਂ ਕੁਝ ਦਿਨ ਪਹਿਲਾਂ ਵੀ ਇੱਕ ਸ਼ਖਸ ਜਿਹੜਾ ਹੈ ਉਹ ਵਿਰੋਧ ਕਰਦਾ ਮੇਰੇ ਖਿਆਲ ਮਾਝੇ 'ਚ ਹੀ ਕਿਸੇ ਪਿੰਡ ਦੇ ਵਿੱਚ, ਜਦੋਂ ਪਰਚੇ ਵੰਡਣ ਜਾ ਰਹੇ ਸੀਗੇ ਈਸਾਈ ਧਰਮ ਦੇ ਨਾਲ ਸੰਬੰਧਿਤ ਲੋਕ, ਔਰ ਉਹ ਆਪਣੇ ਪ੍ਰਚਾਰ ਪ੍ਰਸਾਰ ਜਿਸ ਤਰੀਕੇ ਨਾਲ ਕਰ ਰਹੇ ਸੀ ਸਾਰੇ ਜਾਣਦੇ ਹਾਂ ਕਿ ਉਹ ਪਰਚੇ ਵੰਡ ਰਹੇ ਸੀ ਪਿੰਡ 'ਚ। ਫਿਰ ਉਹਨਾਂ ਨੇ, ਨੌਜਵਾਨ ਨੇ ਵਿਰੋਧ ਕਰਕੇ ਵੀਡੀਓ ਬਣਾਈ ਵੀ ਸਾਡੇ ਪਿੰਡ 'ਚ ਤੁਸੀਂ ਨਾ ਆਇਆ ਕਰੋ ਤੇ ਅਸੀਂ ਇੱਥੇ ਕਨਵਰਟ ਨਹੀਂ ਹੋਣਾਗਾ। ਤੇ ਫਿਰ ਉਹ ਪਿਆਰ ਮੁਹੱਬਤ ਥੋੜ੍ਹਾ ਗਰਮਾ ਗਰਮੀ ਹੁੰਦੀ ਤੇ ਉਹ ਬੰਦੇ ਚਲੇ ਜਾਂਦੇ ਆ। ਹੁਣ ਇਸ ਗੱਲ 'ਚ ਕੋਈ ਦੋ ਰਾਏ ਨਹੀਂ ਕਿ ਮਾਝੇ ਦੇ ਵਿੱਚ ਖਾਸ ਤੌਰ 'ਤੇ ਗੁਰਦਾਸਪੁਰ, ਬਟਾਲਾ, ਅਜਨਾਲਾ, ਇਹ ਉਹ ਇਲਾਕੇ ਨੇ ਜਿੱਥੇ ਬਹੁਤ ਵੱਡੇ ਪੱਧਰ ਦੇ ਉੱਤੇ ਧਾਲੀਵਾਲ ਕਨਵਰਜਨਸ ਹੋਈਆਂ। ਤਰਨਤਾਰਨ ਤੱਕ ਇਹ ਕਨਵਰਜਨਸ ਜਿਹੜੀਆਂ ਪਹੁੰਚ ਰਹੀਆਂ, ਇਸ 'ਚ ਕੋਈ ਦੋ ਰਾਏ ਨਹੀਂ। ਲੇਕਿਨ ਉਹਦਾ ਇਸ ਦੇ ਨਾਲ ਜੋੜ ਕੇ ਦੇਖਿਆ ਜਾਣਾ ਕਿ ਇਹ ਜਿਹੜੀ ਘਟਨਾ ਵਾਪਰੀ ਹੈ ਉਹ ਕਿਸੇ ਖਾਸ ਜਥੇਬੰਦੀ ਨੇ ਜਾਂ ਖਾਸ ਸਮੁਦਾਇ ਨੇ, ਜਾਂ ਮੈਂ ਸਿੱਧੇ ਤੌਰ 'ਤੇ ਕਹਿਣਾ ਕਿ ਕਿਉਂਕਿ ਸਿੱਖ ਜਥੇਬੰਦੀਆਂ ਦੇ ਨਾਲ 2 ਦਿਨ ਪਹਿਲਾਂ ਵਿਵਾਦ ਹੁੰਦਾ, ਤੇ ਜੇ ਤੁਸੀਂ ਇਹ ਜੋੜ ਕੇ ਦੇਖਦੇ ਹੋ ਤਾਂ ਇਹ ਗਲਤ ਹੈ। ਇਹ ਬਿਲਕੁਲ ਗਲਤ ਹੈ। ਐਕਚੁਅਲ 'ਚ ਕ੍ਰੀਏਟ ਹੀ ਇਹ ਕਰਨ ਦੀ ਕੋਸ਼ਿਸ਼ ਕੀਤੀ ਗਈ। ਜਿਵੇਂ ਪੰਜਾਬ ਦੇ ਵਿੱਚ ਬੇਦਬੀਆਂ ਵਾਪਰਦੀਆਂ ਨੇ, ਵੱਡੀ ਬੇਦਬੀ ਪਹਿਲਾਂ ਰਾਮ ਰਹੀਮ ਜਿਹੜੀ ਕਰਾਉਂਦਾ ਹੈ ਉਹ ਅਸੀਂ ਸਾਰੇ ਜਾਣਦੇ, ਔਰ ਇਹ ਮੈਂ ਤਾਂ ਕਹਿ ਰਿਹਾ ਕਰਾਉਂਦਾ ਕਿਉਂਕਿ ਬਕਾਇਦਾ ਉਹਦੇ ਇੱਕ ਭਗਤ ਦੇ ਜਿਹੜੀ ਭਗਤੇ ਭਾਈ ਬੇਦਬੀ, ਉਹਦੇ ਵਿੱਚ ਅਦਾਲਤ ਦੇ ਵਿੱਚ ਬਿਆਨ ਦਰਜ ਕੀਤੇ ਹੋਏ ਵੀ ਉਹਨਾਂ ਦੇ ਕਹਿਣ 'ਤੇ ਅਸੀਂ ਬੇਦਬੀ ਕੀਤੀ ਹੈ। ਮੈਂ ਤਾਂ ਕਹਿ ਰਿਹਾ ਅੱਜ, ਹਾਲਾਂਕਿ ਦੂਜੀ ਬੇਦਬੀ ਜਿਹੜੀ ਬਰਗਾੜੀ ਵਾਲੀ ਹੈ ਉਹਦੇ 'ਚ ਮਾਮਲਾ ਹਾਲੇ ਸਬ ਜੂਡੀਅਸ ਹੈ ਤੇ ਅਦਾਲਤ 'ਚ ਹਾਲੇ ਕੇਸ ਚੱਲ ਰਿਹਾ। ਮੈਂ ਬਿਆਨਾਂ ਦੇ ਹਵਾਲੇ ਤੋਂ ਇਹ ਗੱਲ ਕਰ ਰਿਹਾ। ਦੂਜੇ ਪਾਸੇ ਮੰਦਰਾਂ ਦੀਆਂ ਬੇਦਬੀਆਂ ਹੁੰਦੀਆਂ। ਫਿਰ ਤੁਹਾਡੇ ਯਾਦ ਹੋਣਾ ਜਗਰਾਓਂ ਦੇ ਵਿੱਚ ਇੱਕ ਮੰਦਿਰ ਦੇ ਵਿੱਚ ਬੇਦਬੀ ਹੋ ਜਾਂਦੀ ਹੈ। ਇੱਥੋਂ ਤੱਕ ਕਿ ਪੰਜਾਬ ਦੇ ਵਿੱਚ ਵੱਡੇ ਮੰਦਰਾਂ ਦੀਆਂ ਬੇਦਬੀਆਂ ਕਰਨ ਦੀ ਕੋਸ਼ਿਸ਼ ਹੋਈ। ਕੁਰਾਨ ਸ਼ਰੀਫ ਉਸੇ ਤਰ੍ਹਾਂ ਅੰਗ ਖਿਲਰੇ ਹੋਏ ਮਿਲਦੇ, ਜਿਵੇਂ ਉਹਦੇ ਪੰਨੇ ਖਿਲਰੇ ਹੋਏ ਮਿਲਦੇ ਆ ਕੁਰਾਨ ਸ਼ਰੀਫ ਦੇ, ਜਿਵੇਂ ਗੁਰੂ ਸਾਹਿਬ ਦੇ ਅੰਗ ਮਿਲੇ ਸੀਗੇ। ਇਹ ਸਾਰੇ ਕੁਛ ਦੇ ਬਾਅਦ ਹੁਣ ਈਸਾਈ ਧਰਮ ਦੇ ਵਾਲੇ ਜਿਹੜੀ ਹੈ ਈਸਾਈ ਵਰਸਸ ਸਿੱਖ ਦੀ ਜਿਹੜੀ ਕ੍ਰੀਏਟ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਇਹ ਉਹ ਹੋ ਰਿਹਾ ਹੈ। ਕੀ ਲੱਗਦਾ ਪੰਜਾਬ 'ਚ ਸਿੱਖ ਹਿੰਦੂ ਜਾਂ ਜਿਵੇਂ ਅਕਸਰ ਹੋ ਜਾਂਦਾ ਹੈ ਮੁੱਦਾ ਬਣ ਜਾਂਦਾ, ਉਹ ਨਹੀਂ ਬਣਿਆ, ਇਸ ਕਰਕੇ ਹੁਣ ਈਸਾਈ ਧਰਮ ਦੇ ਵੱਲ ਨੂੰ ਇਹ ਬਹੁਤ ਵੱਡੀ ਕੋਸ਼ਿਸ਼ ਹੈ। ਬੜਾ ਅੱਛਾ ਸਵਾਲ ਤੁਸੀਂ ਕੀਤਾ। ਬਹੁਤ ਵੱਡੀ ਇਹ ਕੋਸ਼ਿਸ਼ ਹੈ ਕਿ ਜਿਹੜੀ ਹਿੰਦੂ ਸਿੱਖ ਨੂੰ ਲੜਾਉਣ ਦੀ ਕੋਸ਼ਿਸ਼ ਸੀ ਉਹ ਪੰਜਾਬ 'ਚ ਪੂਰੀ ਨਹੀਂ ਉਤਰੀ। ਬਿਲਕੁਲ ਤੁਸੀਂ ਦੇਖੋ ਕਿ ਪਟਿਆਲੇ ਵੀ ਘਟਨਾ ਜਦੋਂ ਵਾਪਰਦੀ ਹੈ, ਕਾਲੀ ਮਾਤਾ ਮੰਦਿਰ, ਅੱਜ ਤੱਕ ਇਤਿਹਾਸ 'ਚ ਕਦੇ ਕਿਸੇ ਸਿੱਖ ਨੇ ਮੰਦਿਰ ਤੇ ਹਮਲਾ ਨਹੀਂ ਕੀਤਾ। ਉਸ ਦਿਨ ਵੀ ਜੋ ਵਿੱਚ ਸ਼ਰਾਰਤੀ ਅੰਸਰ ਪਾ ਕੇ ਕ੍ਰੀਏਟ ਕਰਨ ਦੀ ਕੋਸ਼ਿਸ਼ ਕੀਤੀ ਗਈ ਤੇ ਬਾਅਦ ਦੇ ਵਿੱਚ ਉਹਦਾ ਰੂਪ ਕੁਝ ਹੋਰ ਬਣਾਤਾ, ਉਹ ਇੱਕ ਡਿਫਰੈਂਟ ਕਹਾਣੀ। ਪਰ ਇਸ ਵਾਰੀ ਕੀ ਹੋ ਰਿਹਾ ਹੈ, ਈਸਾਈ ਧਰਮ ਦੇ ਨਾਲ ਕਿਉਂਕਿ ਲੰਮੇ ਸਮੇਂ ਤੋਂ ਇੱਕ ਰੋਹ ਚੱਲ ਰਿਹਾ ਹੈ ਕਿ ਕਨਵਰਜਨਸ ਹੋ ਰਹੀਆਂ, ਇਸ 'ਚ ਕੋਈ ਦੋ ਰਾਏ ਨਹੀਂ। ਹੁਣ ਗੱਲ ਇਹ ਹੈ ਕਿ 2 ਪੱਖ ਨੇ ਇਹਦੇ ਵਿੱਚ। ਇੱਕ ਪੱਖ ਉਹ ਹੈ ਜਿਹੜਾ ਸਿੱਖ ਜਥੇਬੰਦੀਆਂ ਜਾਂ ਹਿੰਦੂ ਜਥੇਬੰਦੀਆਂ ਕਨਵਰਜਨਸ ਦੇ ਖਿਲਾਫ ਨੇ। ਇੱਕ ਇਹ ਹੈ ਕਿ ਜਿਹੜੀ ਇਹ ਬੇਦਬੀ ਕਰਤੀ, ਆਮ ਬੰਦੇ ਦੇ ਦਿਮਾਗ 'ਚ ਸ਼ਾਇਦ ਇਹ ਜਾਂਦਾ ਕਿ ਹਾਂ 2 ਦਿਨ ਪਹਿਲਾਂ ਇਹ ਲੜੇ ਸੀ ਉੱਥੇ ਤੇ ਹੁਣ ਇਹਨਾਂ ਨੇ ਜਾ ਕੇ ਚਰਚ ਤੋੜਤੀ ਹੋਣੀ ਹੈ। ਇੱਥੇ ਹੀ ਜਿਹੜੀਆਂ ਇੰਟਰਨੈਸ਼ਨਲ ਜਾਂ ਨੈਸ਼ਨਲ ਏਜੰਸੀਜ਼ ਔਰ ਜੋ ਇਹ ਕਰਾਉਂਦੇ ਨੇ ਉਹ ਉੱਥੇ ਕਾਮਯਾਬ ਹੁੰਦੇ ਆ। ਮੈਨੂੰ ਲੱਗਦਾ ਪਹਿਲੀ ਗੱਲ ਤਾਂ ਇਹ ਹੈ ਕਿ ਈਸਾਈ ਭਾਈਚਾਰੇ ਦੇ ਲੋਕਾਂ ਨੂੰ ਇਹ ਬੜਾ ਲਾਊਡ ਐਂਡ ਕਲੀਅਰ ਮੈਸੇਜ ਦੇਣਾ ਚਾਹੀਦਾ ਕਿ ਉਹ ਕਿਸੇ ਤੇ ਲੇਬਲ ਨਹੀਂ ਕਰ ਰਹੇ, ਚਾਹੇ ਸਿੱਖ ਧਰਮ ਨੇ, ਚਾਹੇ ਜਥੇਦਾਰ ਸਾਹਿਬ ਰੋਜ਼ ਕਨਵਰਜਨ ਤੇ ਬੋਲਦੇ, ਪਰ ਅੱਜ ਅਕਾਲ ਤਖਤ ਦੇ ਜਥੇਦਾਰ ਨੂੰ ਇਹ ਕਹਿਣਾ ਚਾਹੀਦਾ ਕਿ ਜਿਹਨੇ ਵੀ ਇਹ ਕੀਤਾ ਉਹਨੂੰ ਸਜ਼ਾ ਮਿਲੇ, ਔਰ ਇਹ ਬਰਦਾਸ਼ਤ ਸਿੱਖ ਕੌਮ ਨਹੀਂ ਕਰੂਗੀ ਕਿ ਤੁਸੀਂ ਜਾ ਕੇ ਚਰਚ ਦੇ ਵਿੱਚ ਤੋੜ ਭੰਨ ਕਰਦੇ ਹੋ, ਤੁਸੀਂ ਕਾਰਾਂ ਨੂੰ ਅੱਗਾ ਲਾ ਦਿਓ। ਇਹ ਕੋਈ ਰਾਹ ਨਹੀਂ ਹੈ। ਕਿਉਂਕਿ ਮੈਂ ਇਹ ਕਹਿ ਰਿਹਾ ਕਿ ਇਹ 100% ਕੋਝੀ ਚਾਲ ਹੈ ਪੰਜਾਬ ਦੇ ਵਿੱਚ ਫਿਰਕੂਵਾਦ ਨੂੰ ਖੜਾ ਕਰਨ ਦੀ, ਪੈਦਾ ਕਰਨ ਦੀ, ਔਰ ਅਸੀਂ ਸਾਰੇ ਜਾਣਦੇ ਹਾਂ ਇਹਦਾ ਫਾਇਦਾ ਕਿਹਨੂੰ ਮਿਲਦਾ। ਬਿਲਕੁਲ ਇਹ ਉਸ ਤਰੀਕੇ ਨਾਲ ਹੋ ਰਿਹਾ। ਮੇਰਾ ਇੱਕ ਦੂਜਾ ਪੱਖ ਵੀ ਹੈ ਇਸ ਪੂਰੀ ਕਹਾਣੀ ਦੇ ਵਿੱਚ। ਇਹ ਹੁਣ ਮੈਂ ਇਸ ਘਟਨਾ ਤੋਂ ਬਾਅਦ ਦੀ ਗੱਲ ਕਰ ਰਿਹਾ, ਪਹਿਲਾਂ ਦੀ। ਮਤਲਬ ਇਹ ਘਟਨਾ ਹੋਈ, ਨਿੰਦਣਯੋਗ ਹੈ, ਨਹੀਂ ਹੋਣੀ ਚਾਹੀਦੀ ਸੀ, ਸਭ ਨੂੰ ਕੰਡੈਮ ਕਰਨਾ ਚਾਹੀਦਾ ਹੈ। ਹਿੰਦੂ ਸਿੱਖ ਜਥੇਬੰਦੀਆਂ ਨੂੰ ਮੂਹਰੇ ਆ ਕੇ ਉਹਨਾਂ ਦੇ ਨਾਲ ਖੜ ਜਾਣਾ ਚਾਹੀਦਾ ਈਸਾਈਆਂ ਦੇ, ਔਰ ਉਹਨਾਂ ਨੂੰ ਕਹਿਣਾ ਚਾਹੀਦਾ ਕਿ ਅਸੀਂ ਇਹ ਬਰਦਾਸ਼ਤ ਨਹੀਂ ਕਰਾਂਗੇ। ਪਰ ਇਹਦੇ ਨਾਲ ਹੀ ਨਾਲ ਇੱਕ ਗੱਲ ਹੋਰ ਵੀ ਹੈ, ਕਨਵਰਜਨਸ ਬਹੁਤ ਵੱਡਾ ਮੁੱਦਾ ਵੀ ਹੈ, ਔਰ
ਪਖੰਡਵਾਦ ਹਰੇਕ ਧਰਮ ਦੇ ਵਿੱਚ ਜੋ ਚੱਲਦਾ ਹੈ, ਹਰ ਧਰਮ 'ਚ ਪਖੰਡਵਾਦ ਹੈ। ਸਿੱਖ ਧਰਮ 'ਚ ਵੀ ਪਖੰਡੀ ਬੈਠੇ ਨੇ, ਹਿੰਦੂ 'ਚ ਵੀ ਬੈਠੇ ਨੇ, ਈਸਾਈਆਂ 'ਚ ਵੀ ਪਖੰਡੀ ਬੈਠੇ ਨੇ। ਈਸਾਈ ਧਰਮ 'ਚ ਪੰਜਾਬ ਦੇ ਵਿੱਚ ਬਹੁਤ ਪਖੰਡੀ ਬੈਠੇ ਹੈ, ਜਿਨ੍ਹਾਂ ਦੀਆਂ ਵੀਡੀਓਜ਼ ਪਲ ਪਲ ਤੇ ਆਉਂਦੀਆਂ। ਉਹ ਪਖੰਡ ਦੇ ਨਾਲ ਲੋਕਾਂ ਨੂੰ ਭ੍ਰਮਿਤ ਕਰਦੇ ਆ, ਡਰਾਉਂਦੇ ਆ, ਜਾਂ ਉਹਨਾਂ ਨੂੰ ਅਟਰੈਕਟ ਕਰਦੇ ਆ, ਅਤੇ ਫਿਰ ਉਹ ਧੱਕੇ ਨਾਲ ਜਿਹੜੀਆਂ ਉਹਨਾਂ ਦੀ ਮਾਨਸਿਕਤਾ ਨਾਲ ਖੇਡ ਕੇ ਕਨਵਰਜਨ ਹੁੰਦੀ ਹੈ। ਇਹਦੇ ਖਿਲਾਫ ਬੋਲਣਾ ਗੁਨਾਹ ਨਹੀਂ ਹੈ। ਇਸ ਕਨਵਰਜਨ ਦੇ ਖਿਲਾਫ ਬੋਲਣਾ ਚਾਹੀਦਾ ਹੈ, ਲੇਕਿਨ ਤਰਕ ਦੇ ਨਾਲ, ਔਰ ਆਵਾਜ਼ ਜਿਹੜੀ ਹੈ, ਜਿਹੜੀ ਦਲੀਲ ਹੈ, ਉਹ ਦਲੀਲ ਨਾਲ ਗੱਲ ਹੋਵੇ। ਉੱਥੇ ਹਿੰਸਾ ਦੀ ਕੋਈ ਥਾਂ ਨਹੀਂ ਹੈ। ਪਰ ਜਿਹੜੀ ਇਹ ਘਟਨਾ ਵਾਪਰੀ ਜਿੱਥੇ ਹਿੰਸਾ ਹੁੰਦੀ ਹੈ, ਮੈਂ 100% ਇਹ ਗੱਲ ਨੂੰ ਮੈਂ ਮਹਿਸੂਸ ਕਰ ਪਾ ਰਿਹਾ ਕਿ ਇਹ ਸ਼ਰਾਰਤ ਕੀਤੀ ਗਈ ਹੈ, ਔਰ ਇਹਦੇ ਪਿੱਛੇ ਜੋ ਲੋਕ ਨੇ ਉਹ ਤੁਰੰਤ ਫੜੇ ਜਾਣੇ ਚਾਹੀਦੇ, ਔਰ ਉਹਨਾਂ ਨੂੰ ਬਣਦੀ ਸਜ਼ਾ ਜਿਹੜੀ ਹੈ, ਜਿਹੋ ਜੀ ਬੇਅਦਬੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹੁੰਦੀ ਹੈ, ਜਿਹੋ ਜੀ ਮੰਦਿਰ ਦੇ ਵਿੱਚ ਜਾ ਕੇ ਕਰਨ ਦੀ ਕੋਸ਼ਿਸ਼ ਹੈ, ਇਹ ਬੇਅਦਬੀ ਹੀ ਹੈ। ਅਸੀਂ ਪ੍ਰੋਟੈਕਟ ਕਰਦੇ ਹਾਂ ਨਾ। ਅੱਜ ਬਹੁਤ ਗਿਣਤੀ ਹਿੰਦੂ ਰਾਸ਼ਟਰ ਜਿਹੜਾ ਕਿਹਾ ਜਾਂਦਾ ਹੈ ਕਿ ਹਿੰਦੂ ਰਾਸ਼ਟਰ ਬਣਾਉਣਾ ਹੈ, ਜਿਹਦਾ ਅਸੀਂ ਵਿਰੋਧ ਕਰਦੇ ਹਾਂ ਕਿ ਸਾਰੇ ਧਰਮਾਂ ਦਾ ਮੁਲਕ ਹੈ, ਹਿੰਦੂ ਰਾਸ਼ਟਰ ਨਹੀਂ ਹੈ। ਬਹੁਤ ਗਿਣਤੀ ਤਾਂ ਹਿੰਦੂ ਹੈ ਨਾ ਇਸ ਮੁਲਕ 'ਚ, ਅਤੇ ਅਸੀਂ ਸਿੱਖ ਮਾਈਨੋਰਿਟੀ 'ਚ ਬੈਠ ਕੇ ਅੱਜ ਇਹ ਸੋਚਦੇ ਹਾਂ ਕਿ ਸਾਡੇ ਰਾਈਟਸ ਜਿਹੜੇ ਹੈ ਉਹ ਇੱਥੇ ਪ੍ਰੋਟੈਕਟ ਹੋਣੇ ਚਾਹੀਦੇ ਹੈ। ਸਾਡੀ ਲੜਾਈ ਕੀ ਹੈ ਹੋਰ ਇਸ ਮੁਲਕ ਦੇ ਵਿੱਚ? ਅਸੀਂ ਬੈਠ ਕੇ ਅੱਜ ਲੜਾਈ ਕੀ ਲੜ ਰਹੇ ਹਾਂ? ਸਾਡੇ ਹੱਕ, ਸਾਡੇ ਰਾਈਟਸ ਪ੍ਰੋਟੈਕਟ ਹੋਣ। ਅਤੇ ਅੱਜ ਈਸਾਈ ਜਿਹੜਾ ਹੈ ਉਹ ਪੰਜਾਬ ਦੇ ਵਿੱਚ ਸਿੱਖ ਮੈਜੋਰਿਟੀ ਦੇ ਵਿੱਚ ਉਹ ਮਿਨੋਰਟੀ 'ਚ ਬੈਠਾ ਹੈ। ਤਾਂ ਸਾਡਾ ਇਹ ਫਰਜ਼ ਬਣਦਾ ਕਿ ਜੇ ਅਸੀਂ ਪਖੰਡਵਾਦ ਦਾ ਵਿਰੋਧ ਕਰ ਰਹੇ ਹਾਂ, ਤੇ ਨਾਲ ਹੀ ਨਾਲ ਉਹਨਾਂ ਦੇ ਰਾਈਟਸ ਨੂੰ ਵੀ ਅਸੀਂ ਪ੍ਰੋਟੈਕਟ ਕਰਾਉਣਾ ਹੈ। ਬਿਲਕੁਲ, ਤੁਸੀਂ ਪਖੰਡ ਦਾ ਵਿਰੋਧ ਕਰੋ, ਪਰ ਉਹਨਾਂ ਦੇ ਜਿਹੜੇ ਰਾਈਟਸ ਨੇ, ਚਰਚ ਜਾਣਾ, ਚਰਚ ਬਣਾਉਣੀ, ਮੂਰਤੀ ਹੋਣੀ, ਇਹ ਉਹਨਾਂ ਦਾ ਅਧਿਕਾਰ ਹੈ, ਤੁਸੀਂ ਨਹੀਂ ਰੋਕ ਸਕਦੇ। ਜਿਹਨੇ ਵੀ ਇਹ ਕੀਤਾ, ਉਸ ਮਾਨਸਿਕਤਾ ਨੂੰ ਫੜਨ ਦੀ ਲੋੜ ਹੈ। ਇਹਦੇ ਪਿੱਛੇ ਕੌਣ ਨੇ, ਏਜੰਸੀਜ਼ ਨੇ ਜਾਂ ਕੌਣ ਹੈ, ਇਹਨੂੰ ਫੜਨ ਦੀ ਲੋੜ ਹੈ। ਜਿੱਥੋਂ ਤੱਕ ਸਵਾਲ ਹੈ ਕਿ ਕਨਵਰਜਨਸ ਹੋ ਰਹੀਆਂ, ਮੈਨੂੰ ਲੱਗਦਾ ਹੈ ਕਿ ਉਹਨਾਂ ਨੂੰ ਰੋਕਣ ਦੇ ਵਿੱਚ ਤੁਸੀਂ ਆਪ ਅਸਫਲ ਹੋ। ਵੀਕਰ ਸੈਕਸ਼ਨਸ 'ਚ ਜ਼ਿਆਦਾ ਇਹ ਕਨਵਰਜਨਸ ਹੋਈਆਂ, ਜਾਂ ਇਕਨੋਮਿਕਲੀ ਜਾਂ ਸਮਾਜ ਦੇ ਵਿੱਚ ਜਿਨ੍ਹਾਂ ਨੂੰ ਤੁਸੀਂ ਪਿਛੜੇ ਕਰਤਾ, ਜਿਨ੍ਹਾਂ ਨੂੰ ਤੁਸੀਂ ਮੁੱਖ ਧਾਰਾ 'ਚ ਹਿੱਸਾ ਨਹੀਂ ਦਿੰਦੇ, ਜਿਨ੍ਹਾਂ ਨੂੰ ਤੁਸੀਂ ਬੰਦੇ ਨੂੰ ਬੰਦਾ ਨਹੀਂ ਸਮਝਦੇ, ਚਾਹੇ ਉਹ ਹਿੰਦੂ ਧਰਮ 'ਚ ਰਿਹਾ, ਚਾਹੇ ਉਹ ਸਿੱਖ ਧਰਮ ਦੇ ਵਿੱਚ ਰਿਹਾ, ਉਹ ਲੋਕਾਂ ਨੂੰ ਇਹਨਾਂ ਨੇ ਆ ਕੇ ਗੱਲ ਨਾਲ ਲਾ ਲਿਆ। ਹੁਣ ਗੱਲ ਨਾਲ ਲਾਉਣ ਦਾ ਮਤਲਬ ਇਹ ਸੀ, ਭਾਵੇਂ ਉਹਨਾਂ ਨੇ ਲਾਲਚ ਦੇਤਾ, ਭਾਵੇਂ ਉਹ ਪ੍ਰਭਾਵਿਤ ਹੋ ਗਏ, ਭਾਵੇਂ ਹੋ ਸਕਦਾ ਕਿਸੇ ਦੀ ਪ੍ਰਭੂ ਯਿਸੂ ਮਸੀਹ 'ਚ ਵਾਕਈ ਦਿਲੋਂ ਇੰਨੀ ਬੰਦਗੀ ਜਾਗ ਗਈ ਕਿ ਉਹ ਕਨਵਰਟ ਹੋਇਆ ਅਤੇ ਫਿਰ ਉਹ ਜਾ ਕੇ ਕ੍ਰਿਸਚਨ ਬਣ ਗਿਆ। ਕੀ ਤੁਸੀਂ ਰੋਕ ਸਕਦੇ ਹੋ ਉਹਨੂੰ? ਨਹੀਂ। ਧੱਕੇ ਨਾਲ ਥੋੜ੍ਹੀ ਤੁਸੀਂ ਕਹੋਗੇ। ਸਵੇਰੇ ਮੈਂ ਕਹਾਂ ਮੈਂ ਈਸਾਈ ਬਣਨਾ, ਕੋਈ ਮੇਰਾ ਗੱਲ ਥੋੜ੍ਹੀ ਲਾ ਦੂਗਾ ਆ ਕੇ। ਪਰ ਕੀ ਉਹਦੀ ਡੂੰਘਾਈ 'ਚ ਜਾਣ ਦੀ ਕੋਸ਼ਿਸ਼ ਕੀਤੀ? ਇਹ ਪਹਿਲੀ ਵਾਰ ਨਹੀਂ ਹੋਇਆ ਚਰਚ 'ਤੇ ਹਮਲਾ। ਮੇਰੇ ਯਾਦ ਆ, ਅੱਜ ਤੋਂ 10-12 ਸਾਲ ਪਹਿਲਾਂ ਮੈਂ ਟ੍ਰੇਨ 'ਤੇ ਟਰੈਵਲ ਕਰ ਰਿਹਾ ਸੀ, ਮੈਨੂੰ ਬੰਦੇ ਮਿਲੇ ਸੀ, ਉਹ ਮੇਰੇ ਯਾਦ ਰਹਿੰਦੀ ਹੈ, ਉਹ ਬੜੇ ਵਾਰੀ ਮੇਰੇ ਜ਼ਹਿਨ 'ਚ ਉਹ ਗੱਲ ਰਹਿੰਦੀ ਹੈ। ਅਤੇ ਉਸ ਵੇਲੇ ਮੈਂ ਦਿੱਲੀ 'ਚ ਇੱਕ ਵੱਡੇ ਅਦਾਰੇ ਦੇ ਨਾਲ ਕੰਮ ਕਰ ਰਿਹਾ ਸੀ ਪੰਜਾਬ ਦੇ, ਅਤੇ ਤਕਰੀਬਨ 12 ਸਾਲ ਪਹਿਲਾਂ ਦੀ ਇਹ ਗੱਲ ਹੈ। ਅਤੇ ਰਾਹ ਦੇ ਵਿੱਚ ਜਦੋਂ, ਕਿਉਂਕਿ ਦਿੱਲੀ ਤੋਂ ਅਸੀਂ ਮਲੋਟ ਆਉਂਦੇ ਸੀ, ਰਾਹ 'ਚ ਉਸ ਵਿਅਕਤੀ ਨੇ ਕਿਹਾ ਤੁਸੀਂ ਕੀ ਕਰਦੇ ਹੋ? ਗੱਲਾਂ ਬਾਤਾਂ ਚੱਲ ਪਈਆਂ। ਮੈਂ ਕਿਹਾ ਜੀ ਮੈਂ ਮੀਡੀਆ ਤੋਂ ਹਾਂ। ਉਹਨੇ ਦੱਸਿਆ ਕਿ ਤੁਸੀਂ ਸਾਨੂੰ ਬਹੁਤਾ ਪ੍ਰਮੋਟ ਨਹੀਂ ਕਰਦੇ, ਅਤੇ ਮੈਂ ਪੁੱਛਿਆ ਤੁਸੀਂ ਕੀ ਕਰਦੇ ਹੋ? ਉਹਨਾਂ ਨੇ ਆਪਦਾ ਸੰਗਠਨ ਹੀ ਬਣਾਇਆ ਹੋਇਆ ਸੀਗਾ, ਅਤੇ ਉਹਨੇ ਬੜੇ ਪ੍ਰਾਊਡਲੀ ਦੱਸਿਆ ਕਿ ਅਸੀਂ ਫਲਾਨੀ ਚਰਚ ਨੂੰ ਅੱਗ ਲੱਗੀ ਸੀ, ਉਹ ਅਸੀਂ ਲਾਈ ਸੀ, ਉੱਥੇ ਚਰਚ ਢਾਈ ਸੀ, ਉਹ ਅਸੀਂ ਢਾਈ ਸੀ। ਤਾਂ ਇਹ ਬਹੁਤ ਪਹਿਲਾਂ ਤੋਂ ਇਹ ਕੁਛ ਚੱਲ ਰਿਹਾ ਪੰਜਾਬ 'ਚ। ਹੁਣ ਜੇ ਉਹ ਕਨਵਰਜਨਸ ਹੋ ਰਹੀਆਂ ਨੇ, ਅਤੇ ਉਹਦੀ ਲੜਾਈ ਤੁਸੀਂ ਕਿਸ ਤਰੀਕੇ ਨਾਲ ਲੜਨੀ? ਤੁਸੀਂ ਆਪਦੇ ਧਰਮ ਦੇ ਵਿੱਚ, ਚਾਹੇ ਉਹ ਹਿੰਦੂ ਕਨਵਰਟ ਹੋਇਆ, ਚਾਹੇ ਸਿੱਖ ਕਨਵਰਟ ਹੋਇਆ ਈਸਾਈ 'ਚ, ਤੁਸੀਂ, ਤੁਹਾਡੀ ਕਮੀ ਰਹਿ ਗਈ, ਤੁਹਾਡੇ ਇੰਸਟੀਟਿਊਸ਼ਨਸ ਉਹਨਾਂ ਨੂੰ ਰੋਕ ਨਹੀਂ ਸਕੇ, ਤੁਸੀਂ ਉਹਨਾਂ ਨੂੰ ਉਹ ਸਨਮਾਨ ਨਹੀਂ ਦੇ ਸਕੇ, ਤੁਸੀਂ ਆਰਥਿਕ ਤੌਰ 'ਤੇ ਆਪਦੇ ਬੰਦਿਆਂ ਨੂੰ ਅਪਲਿਫਟ ਨਹੀਂ ਕਰ ਸਕੇ। ਔਰ ਈਸਾਈ ਧਰਮ ਬਹੁਤ ਪੁਰਾਣਾ ਧਰਮ ਹੈ, ਪੂਰੀ ਦੁਨੀਆ ਦੇ ਵਿੱਚ ਫੈਲਿਆ ਹੋਇਆ ਧਰਮ ਹੈ, ਔਰ ਉਹ ਜਿਹੜੇ ਹੈ ਉਹ ਇਸ ਟਾਰਗੇਟ 'ਚ ਜੇ ਲੱਗੇ, ਮੈਂ ਕਹਿੰਦਾ ਕਿ ਜੇ ਆਪਾਂ ਉਹਨਾਂ 'ਤੇ ਦੋਸ਼ ਵੀ ਲਾ ਦਈਏ ਕਿ ਉਹ ਮਿੱਥ ਕੇ ਤੁਹਾਨੂੰ ਕਨਵਰਟ ਕਰ ਰਹੇ ਹੈ, ਅਤੇ ਫਿਰ ਇਸ ਚਾਲ ਨੂੰ ਸਮਝਣਾ ਕਿਹਨੇ ਸੀਗਾ? ਬਿਲਕੁਲ, ਤੁਹਾਡੇ ਵਿਦਵਾਨ ਕਿੱਥੇ ਬੈਠੇ ਸੀ ਅੱਜ ਤੋਂ 40 ਸਾਲ? ਇਹ ਕਿਹੜਾ ਕਨਵਰਜਨ ਹੁਣ ਹੋਈ ਹੈ? ਇਹ ਕਨਵਰਜਨਸ ਹੁਣ ਨਹੀਂ ਹੋ ਰਹੀਆਂ, ਇਹ ਕਨਵਰਜਨਸ ਬਹੁਤ ਸਾਲਾਂ ਤੋਂ ਚੱਲ ਰਹੀਆਂ ਨੇ। ਇਹ ਤਾਂ ਹੈ ਨਹੀਂ ਮਾਝੇ 'ਚ ਪਿਛਲੇ 5 ਸਾਲਾਂ 'ਚ ਕਨਵਰਜਨ ਹੋ ਗਈਆਂ ਸਾਰੀਆਂ। ਔਰ ਉਦੋਂ ਤੁਸੀਂ ਐਜ਼ ਅ ਧਰਮ, ਚਾਹੇ ਉਹ ਹਿੰਦੂ ਧਰਮ ਦੇ ਵਿਦਵਾਨ ਹੋਣ, ਸਿੱਖ ਧਰਮ ਦੇ ਵਿਦਵਾਨ ਹੋਣ, ਉਹ ਕਿੱਥੇ ਸੀਗੇ? ਉਹਨਾਂ ਨੇ ਰਿਅਲਾਈਜ਼ ਕਿਉਂ ਨਹੀਂ ਕੀਤਾ ਕਿ ਜੇ ਅਸੀਂ ਵੀਕਰ ਸੈਕਸ਼ਨ ਦੇ ਲੋਕਾਂ ਨੂੰ ਅਪਲਿਫਟ ਨਾ ਕੀਤਾ, ਇਹਨਾਂ ਨੂੰ ਗੱਲ ਨਾਲ ਨਾ ਲਾਇਆ, ਅਤੇ ਫਿਰ ਇੱਕ ਹੋਰ ਪੈਰਲਲ ਸਿਸਟਮ ਚੱਲ ਰਿਹਾ ਜੋ ਇਹਨਾਂ ਨੂੰ ਉੱਧਰ ਕਨਵਰਟ ਕਰਨ ਦੀ ਕੋਸ਼ਿਸ਼ ਕਰ ਰਿਹਾ। ਮੈਂ ਕਨਵੈਂਟ ਸਕੂਲ ਪੜ੍ਹਿਆ ਆਪ,
ਸਾਡੇ ਕਨਵੈਂਟ ਸਕੂਲ ਮਲੋਟ ਦੀ ਮੈਂ ਤੁਹਾਨੂੰ ਗੱਲ ਦੱਸਦਾ, ਉਹਦੇ ਪਿੱਛੇ ਸੂਰਜ ਟੈਕਸਟਾਈਲ ਇੱਕ ਮਿਲ ਸੀਗੀ। ਉਸ ਮਿਲ ਦੀ ਸਾਰੀ ਲੇਬਰ ਸਕੂਲ ਦੇ ਐਨ ਪਿੱਛੇ ਸਲਮ ਏਰੀਆ ਸੀ, ਉਹਦੇ 'ਚ ਰਹਿੰਦੀ ਸੀ। ਹੁਣ ਅਸੀਂ ਪੈਸੇ ਦੇ ਕੇ, ਔਰ ਐਡਮਿਸ਼ਨ ਬਹੁਤ ਔਖੀ ਹੁੰਦੀ ਸੀ, ਔਰ ਖਰਚਾ ਉਹਨਾਂ ਕਰਕੇ ਅਸੀਂ ਉਸੇ ਕਲਾਸ 'ਚ ਬੈਠਦੇ ਸੀ। ਜਿਹੜੇ ਉਹਦੇ ਪਿੱਛੇ ਵੀਕਰ ਸੈਕਸ਼ਨ ਦੇ ਜਿਹੜੇ ਸਲਮ ਦੇ ਲੋਕ ਸੀ, ਜਿਹੜੇ ਐਕਚੁਅਲ 'ਚ ਯੂਪੀ ਬਿਹਾਰ ਤੋਂ ਉੱਠ ਕੇ ਆਈ ਹੋਈ ਲੇਬਰ ਸੀ, ਉਹਨਾਂ ਨੂੰ ਦਾਖਲਾ ਫ੍ਰੀ ਦੇਤਾ। ਸਿਰਫ ਇੱਕੋ ਸ਼ਰਤ ਸੀ ਵੀ ਤੁਸੀਂ, ਇਹ ਕਿਹਾ ਨਹੀਂ ਜਾਂਦਾ ਹੁੰਦਾ। ਹੁਣ ਜੇ ਅੱਜ ਮੈਂ ਕਹਾਂ, ਕੋਈ ਕਵੇ ਤੂੰ ਪ੍ਰੂਵ ਕਰਕੇ ਦਿਖਾਏ ਗੱਲ, ਕਿਉਂਕਿ ਉਹ ਸਾਡੇ ਨਾਲ ਦੇ ਸੀ। ਜਦੋਂ ਤਾਂ ਉਹ ਪਹਿਲੀ ਦੂਜੀ ਕਲਾਸ 'ਚ ਆਏ, ਉਹਨਾਂ ਦੇ ਮਾਂ-ਪਿਓ ਹਿੰਦੂ, ਉਹਨਾਂ ਦੇ ਘਰਾਂ ਦੇ ਵਿੱਚ ਤਸਵੀਰਾਂ ਸ਼ੇਰਾਂ ਵਾਲੀ ਮਾਤਾ ਦੀਆਂ ਲੱਗੀਆਂ, ਤੇ ਬਾਅਦ 'ਚ ਉਹਨਾਂ ਦਾ ਸਾਰੇ ਹੀ ਉਹ ਬਦਲ ਕੇ ਤੇ ਫਿਰ ਉਹ ਕ੍ਰਾਸ ਪਾਉਣ ਲੱਗੇ। ਇਹ ਹੋਇਆ, ਇਸ 'ਚ ਕੋਈ ਦੋ ਰਾਏ ਨਹੀਂ। ਉਹਨਾਂ ਨੂੰ ਮੁਫਤ ਸਿੱਖਿਆ ਦਿੱਤੀ ਗਈ, ਪਰ ਉਹਦੇ ਨਾਲ ਹੋਇਆ ਕੀ? ਮੇਰਾ ਸਵਾਲ ਤਮਾਮ ਉਹਨਾਂ ਜਥੇਬੰਦੀਆਂ ਨੂੰ ਹੈ, ਸਿੱਖ ਤੇ ਹਿੰਦੂ ਜਥੇਬੰਦੀਆਂ ਨੂੰ, ਜਿਹੜੀਆਂ ਅੱਜ ਇਸ ਕਨਵਰਜਨ ਦੇ ਖਿਲਾਫ ਖੜੀਆਂ। ਮੇਰਾ ਇੱਕ ਦੋਸਤ, ਉਸੇ ਹਿੱਸੇ 'ਚੋਂ ਮੇਰਾ ਇੱਕ ਦੋਸਤ, ਮੈਂ ਉਹਦੇ ਘਰੇ ਜਾਂਦਾ ਸੀ, ਉਹ ਸਲਮ 'ਚ ਰਹਿੰਦੇ ਸੀ, ਔਰ ਉਹ ਈਸਾਈ ਕਨਵਰਟ ਹੋਇਆ, ਉਹਨੂੰ ਮੁਫਤ ਸਿੱਖਿਆ ਮਿਲੀ। ਉਦੋਂ ਬਾਅਦ ਕਰ ਕੇ ਉਹਦਾ ਪਿਓ ਸੂਰਜ ਟੈਕਸਟਾਈਲ ਮਿਲ ਦੇ ਵਿੱਚ ਚੌਂਕੀਦਾਰ ਸੀਗਾ। ਅੱਜ ਮੁੰਡਾ ਜੈਪੁਰ ਦੀ IT ਕੰਪਨੀ ਦੇ ਵਿੱਚ ਵੈਲ ਐਸਟੈਬਲਿਸ਼ਡ ਜੌਬ ਕਰ ਰਿਹਾ, ਔਰ ਉਹਦੀ ਜ਼ਿੰਦਗੀ ਬਦਲ ਗਈ, ਕਿਉਂਕਿ ਉਹਨੇ ਕਨਵੈਂਟ ਸਕੂਲ ਦੀ ਉਹ ਸਿੱਖਿਆ ਪ੍ਰਾਪਤ ਕੀਤੀ, ਫ੍ਰੀ 'ਚ ਕੀਤੀ ਉਹਨੇ, ਕੋਈ ਪੈਸਾ ਨਹੀਂ ਲੱਗਿਆ। ਕਿਤਾਬਾਂ ਕਾਪੀਆਂ ਵੀ ਸਕੂਲ ਵਾਲਿਆਂ ਨੇ ਦਿੱਤੀਆਂ, ਲੇਕਿਨ ਅੱਜ ਉਹਦਾ ਜੀਵਨ ਤਾਂ ਬਦਲ ਗਿਆ ਨਾ। ਜੇ ਉਹ ਨਾ ਉੱਥੇ ਸਿੱਖਿਆ ਹਾਸਲ ਕਰਦਾ, ਉਹ ਸਲਮ 'ਚ ਰਹਿੰਦਾ, ਸ਼ਾਇਦ ਉਹ ਪੜ੍ਹਦਾ, ਸ਼ਾਇਦ ਨਾ ਪੜ੍ਹਦਾ, ਜਾਂ ਅੱਜ ਵੀ ਉਹ ਮਿਲ ਦੇ ਵਿੱਚ ਪਿਓ ਦੀ ਥਾਂ ਤੇ ਚੌਂਕੀਦਾਰੀ ਉਹ ਆਪ ਕਰ ਰਿਹਾ ਹੁੰਦਾ। ਤਾਂ ਕਿਉਂ ਜਾ ਰਹੇ ਆ ਲੋਕ? ਇਹਦੇ ਪਿੱਛੇ ਦੀ ਮਾਨਸਿਕਤਾ ਸਮਝੋ। ਤੁਸੀਂ ਉਹਨਾਂ ਨੂੰ ਗੱਲ ਨਾਲ ਨਹੀਂ ਲਾਇਆ, ਤੁਸੀਂ ਤਾਂ ਗੁਰਦੁਆਰੇ 8-8 ਬਣਾ ਲਏ ਨਾ, ਇਹ ਇਹਨਾਂ ਦਾ, ਇਹਨਾਂ ਦਾ, ਇਹਨਾਂ ਦਾ। ਵੀਕਰ ਸੈਕਸ਼ਨ ਵਾਲੇ ਬੰਦੇ ਨੂੰ ਤੁਸੀਂ ਆਪਦੇ ਗੁਰਦੁਆਰੇ 'ਚ ਨਹੀਂ ਵੜਨ ਦਿੰਦੇ। ਬਿਲਕੁਲ। ਉਹ ਕਿੱਥੋਂ ਤੁਹਾਨੂੰ ਆਪਣਤ ਕਿੱਥੋਂ ਆਊਗੀ? ਮੰਦਿਰਾਂ 'ਚ ਵੀ ਇਹੀ ਹੋਇਆ, ਦੇਸ਼ ਦੇ ਵਿੱਚ ਜਾਤ ਪਾਤ ਦਾ ਇਸ਼ੂ ਹੋਇਆ, ਗੁਰਦੁਆਰਿਆਂ 'ਚ ਵੀ ਇਹੀ ਹੋ ਰਿਹਾ। ਇਸੇ ਕਰਕੇ ਉਸ ਸੈਗਮੈਂਟ ਨੂੰ ਟਾਰਗੇਟ ਕੀਤਾ, ਔਰ ਉਸ ਸੈਗਮੈਂਟ ਨੂੰ ਚੱਕ ਕੇ ਉਹਨਾਂ ਨੇ ਆਪਦੇ ਨਾਲ ਲੈ ਲਿਆ। ਔਰ ਇਹ ਜਿਹੜਾ ਡੇਰਾਵਾਦ ਹੋਇਆ, ਇਹ ਵੀ ਉਸੇ ਦਾ ਰਿਜ਼ਲਟ ਹੀ ਹੈ ਨਾ। ਅੱਜ ਰਾਮ ਰਹੀਮ ਕੋਲੇ ਕਰੋੜਾਂ ਲੋਕ ਕਿਉਂ ਪਹੁੰਚ ਗਏ ਸੀਗੇ? ਰਾਮ ਰਹੀਮ ਕੀ ਕਰਦਾ ਸੀ? ਰਾਮ ਰਹੀਮ ਨੇ ਹਰੇਕ ਧਰਮ ਦੇ ਵੀਕਰ ਸੈਕਸ਼ਨਸ ਨੂੰ, ਚਾਹੇ ਉਹ ਇਕਨੋਮਿਕਲ ਵੀਕਰ ਸੀਗੇ, ਚਾਹੇ ਸਮਾਜ ਦੇ ਵਿੱਚ ਪਿਛੜੇ ਸੀ, ਉਹਨਾਂ ਨੂੰ ਟਾਰਗੇਟ ਕੀਤਾ। ਉਹਨਾਂ ਨੂੰ ਐਂਟਰਟੇਨਮੈਂਟ ਵੀ ਮਿਲਦਾ ਸੀ, ਉੱਥੇ ਮੁਫਤ ਦੇ ਵਿੱਚ ਰੋਟੀ ਪਾਣੀ ਵੀ ਮਿਲਦਾ ਸੀ, ਸਭ ਕੁਛ ਇੱਕੋ ਥਾਂ ਤੇ ਪੈਕੇਜ ਮਿਲਣਾ ਸ਼ੁਰੂ ਹੋ ਗਿਆ। ਲੋਕ ਆਪਦਾ ਧਰਮ ਛੱਡ ਕੇ ਉੱਧਰ ਅਟਰੈਕਟ ਹੋ ਕੇ ਜਾਣ ਲੱਗ ਗਏ। ਬੁਨਿਆਦੀ ਸਹੂਲਤਾਂ ਜ਼ਰੂਰੀ, ਸਭ ਕੁਛ ਬੁਨਿਆਦੀ ਤਾਂ ਸਭ ਕੁਛ ਹੀ ਦੇ ਦਿੰਦੇ ਨਾ ਉੱਥੇ ਜਾ ਕੇ। ਉਹ ਫਿਰ ਬਹੁਤ ਕੁਛ ਹੁੰਦਾ। ਚਲੋ, ਲੇਕਿਨ ਇਹਦਾ ਹੈ ਕਿ ਇਸ ਬੇਅਦਬੀ ਨੂੰ ਕੰਡੈਮ ਕਰਨਾ ਚਾਹੀਦਾ, ਇਹਨੂੰ ਜੋੜ ਕੇ ਨਹੀਂ ਦੇਖਿਆ ਜਾਣਾ ਚਾਹੀਦਾ। ਇਸ ਘਟਨਾ ਜਿਹੜੀਆਂ ਪਿਛਲੇ 2-3 ਦਿਨਾਂ 'ਚ ਹੋਈਆਂ, ਇਹ ਜੋੜ ਕੇ ਨਾ ਦੇਖੀਆਂ ਜਾਣ, ਇਹਦੀ ਜਾਂਚ ਹੋਵੇ, ਔਰ ਪੂਰੇ ਪੰਜਾਬ ਨੂੰ ਈਸਾਈ ਧਰਮ ਦੇ ਰਾਈਟਸ ਲਈ ਖੜਨਾ ਚਾਹੀਦਾ ਹੈ। ਬਿਲਕੁਲ। ਜੇ ਤੁਹਾਨੂੰ ਪ੍ਰੋਬਲਮ ਹੈ ਕਨਵਰਜਨ ਦੇ ਨਾਲ, ਤੇ ਉਹਦੀ ਲੜਾਈ ਤੁਸੀਂ ਹੋਰ ਢੰਗ ਨਾਲ ਲੜੋ, ਦਲੀਲ ਨਾਲ ਲੜਾਈ ਲੜੋ ਉਹ। ਲੇਕਿਨ ਕਿਸੇ ਵੀ ਧਰਮ ਦੇ ਸਥਾਨ ਦੇ ਉੱਤੇ, ਚਰਚ ਹੈ, ਮੰਦਿਰ ਹੈ, ਗੁਰਦੁਆਰਾ ਹੈ, ਉਹਦੇ ਤੇ ਕਿਸੇ ਧਰਮ ਦਾ ਹਮਲਾ ਬਰਦਾਸ਼ਤ ਨਹੀਂ ਹੋਣਾ ਚਾਹੀਦਾ। ਹਰੇਕ ਦੀ ਜਿਹੜਾ ਧਰਮ ਹੈ, ਨਿੱਜੀ ਮਾਮਲਾ ਹੈ। ਜੇ ਤੁਹਾਨੂੰ ਪ੍ਰੋਬਲਮ ਹੈ ਜਾਂ ਪਖੰਡ, ਤਾਂ ਮੈਂ ਪਹਿਲਾਂ ਵੀ ਕਿਹਾ, ਪਖੰਡ ਹਰੇਕ ਧਰਮ 'ਚ ਹੋ ਰਿਹਾ ਹੈ। ਉਵੇਂ ਹੀ ਈਸਾਈ ਧਰਮ ਦੇ ਜਿਹੜੇ ਪਖੰਡ ਹੈ, ਉਹ ਤੁਹਾਡੇ ਤੋਂ 2 ਸਟੈਪ ਫਰਦਰ ਸੀਗੇ। ਉਹਨਾਂ ਨੇ ਬਹੁਤ ਪਹਿਲਾਂ ਰਿਅਲਾਈਜ਼ ਕਰ ਲਿਆ ਵੀ ਵੀਡੀਓ ਬਣਾਓ, ਲੋਕਾਂ ਦੇ ਘਰਾਂ ਤੱਕ ਪਹੁੰਚ ਕਿਵੇਂ ਕਰਨੀ ਹੈ, ਸੋਸ਼ਲ ਮੀਡੀਆ ਨੂੰ ਕਿਵੇਂ ਵਰਤਿਆ। ਔਰ ਮੇਰੀ ਮੈਂ ਪਿੱਛੇ ਜੇ ਆਸਟ੍ਰੇਲੀਆ ਸੀਗਾ, ਤੇ ਇੱਕ ਈਸਾਈ ਧਰਮ ਦੇ ਬੜੇ ਸਨਮਾਨਿਤ ਵਿਅਕਤੀ ਦੇ ਨਾਲ ਮੇਰੀ ਗੱਲਬਾਤ ਹੋਈ, ਪੰਜਾਬ ਤੋਂ ਸੰਬੰਧ ਰੱਖਦੇ ਆ। ਤਾਂ ਮੈਂ ਜਿਹੜੇ ਆਉਂਦੇ ਆ ਕਿ ਦੇਖਿਆ ਕਿ ਕੈਂਸਰ ਠੀਕ ਕਰਤਾ, ਆਹ ਕਰਤਾ, ਉਹ ਕਰਤਾ, ਉਹਨਾਂ ਨੇ ਮੈਨੂੰ 2 ਗੱਲਾਂ ਉਹਦੇ 'ਚ ਕੀਤੀਆਂ। ਇੱਕ ਕਿ ਇਹ ਪਖੰਡੀ ਨੇ, ਸਾਡੇ ਧਰਮ ਦੇ, ਉਹ ਕਹਿੰਦੇ ਇਹ ਪਖੰਡੀ ਨੇ, ਸਾਡਾ ਧਰਮ ਇਹ ਕੁਛ ਨਹੀਂ ਕਹਿ ਰਿਹਾ ਜੋ ਇਹ ਕਰ ਰਿਹਾ। 2, ਉਹ ਕਹਿੰਦਾ ਕਿ ਇਹਦੇ ਵਿੱਚ ਇੱਕ ਬਿਲੀਵ ਵੀ ਹੈ ਵੀ ਜੇ ਅਸੀਂ ਕਿਤੇ ਜਾਂਦੇ ਹਾਂ, ਕਿਸੇ ਥਾਂ ਤੇ ਨਤਮਸਤਕ ਹੁੰਦੇ ਹਾਂ, ਅਸੀਂ ਦਰਖਤ ਅੱਗੇ ਵੀ ਕਈ ਵਾਰੀ ਸਿਰ ਝੁਕਾ ਕੇ ਪੂਜਾ ਕਰਕੇ ਤੇ ਆਪਦੀ ਮਾਨਤਾ ਮੰਨਦੇ, ਜੋ ਪੂਰੀ ਹੋ ਜਾਂਦੀ, ਲੋਕ ਉਹਦੇ 'ਚ ਵੀ ਬਿਲੀਵ ਕਰਨ ਲੱਗ ਜਾਂਦੇ। ਲੇਕਿਨ ਉਹਨਾਂ ਨੇ ਮੈਨੂੰ ਬੜੇ ਤਰੀਕੇ ਨਾਲ ਕਿਹਾ ਕਿ ਇਹ ਦਰਅਸਲ ਉਹ ਲੋਕ ਨੇ ਜੋ ਧਰਮ 'ਚ ਨਹੀਂ ਹੋਣੇ ਚਾਹੀਦੇ। ਹੁਣ ਉਹ ਬੜੇ ਹੈ ਜਿਹੜੇ ਆਪਦੇ ਆਪ ਨੂੰ, ਔਰ ਉਹਨਾਂ ਦੀ ਫੈਨ ਫੋਲੋਇੰਗ ਕਿੰਨੀ ਹੈ, ਮਿਲੀਅਨਾਂ 'ਚ ਚਲੀ ਗਈ। ਬਿਲਕੁਲ। ਦੂਜੀ ਗੱਲ ਇਹ ਕਿ ਜਿਹੜੀਆਂ ਉਹ ਵੀਡੀਓਜ਼ ਜਿਹੜੀਆਂ ਅਸੀਂ ਦੇਖਦੇ ਹਾਂ, ਮੈਂ ਲੋਕਾਂ ਨੂੰ ਇਹ ਐਜੂਕੇਟ ਕਰਨ ਦੀ ਗੱਲ ਹੈ ਕਿ ਜਿੱਥੇ ਉਹ ਇੱਕਦਮ ਕਹਿੰਦੇ ਆ ਕਿ ਤੇਰੀ ਬਿਮਾਰੀ ਲੱਗੀ, ਠੀਕ ਹੋ ਗਈ, ਉਹਨਾਂ ਦੀ ਪ੍ਰੈਕਟਿਸ ਦੀਆਂ ਵੀਡੀਓਜ਼ ਵੀ ਪਈਆਂ YouTube ਦੇ ਉੱਤੇ, ਜਦੋਂ ਉਹ ਇਸ ਦੀ ਪ੍ਰੈਕਟਿਸ ਕਰ ਰਹੇ ਹੁੰਦੇ ਆ ਕਿ ਕੱਲ ਜਿਹੜਾ ਉਹ ਦੀਵਾਨ ਜਿਹਾ ਲਾਉਂਦੇ ਆ,
ਉਹ ਕੱਲ ਦੀਵਾਨ ਲੱਗਣਾ ਹੈ, ਜੋ ਵੀ ਵਟ ਐਵਰ ਦੇ ਕਾਲ ਇਟ, ਮੈਂ ਡਿਸਰਿਸਪੈਕਟ ਨਹੀਂ ਕਰ ਰਿਹਾ ਕਿ ਉਹ ਜੋ ਵੀ ਉਹਨੂੰ ਉਹ ਕਹਿੰਦੇ ਕਿ ਉਹ ਕਰਨਾ ਹੈ, ਉਦੋਂ ਪਹਿਲਾਂ ਜਿਹੜੇ ਬੰਦਿਆਂ ਨੇ ਉੱਥੇ, ਉਹ ਪਰਫਾਰਮੈਂਸ ਹੈ ਬੇਸਿਕਲੀ, ਉਹ ਬਿਲਕੁਲ ਉਹ ਇਹ ਨਹੀਂ ਹੈ ਕਿ ਕੋਈ ਰੈਂਡਮ ਬੰਦਾ ਮੈਨੂੰ ਇੱਕ ਕੋਈ ਪ੍ਰੋਬਲਮ ਹੈ ਮੰਨ ਲਓ, ਅਤੇ ਮੈਂ ਜਾਵਾਂ ਮੈਂ ਕਹਾਂ ਲੈ ਵੀ ਮੈਂ ਉਦੋਂ ਪਹਿਲਾਂ ਬਲੱਡ ਟੈਸਟ ਕਰਾ ਕੇ ਗਿਆ ਸੀਗਾ ਅਤੇ ਮੈਨੂੰ ਨਿਕਲੀ ਜੀ ਸ਼ੂਗਰ, ਅਤੇ ਮੈਂ ਜਾ ਕੇ ਕਹਾਂ ਅਤੇ ਉਹ ਮੈਨੂੰ ਕਹੇ ਚੱਲ ਹੁਣ ਤੇਰੀ ਸ਼ੂਗਰ ਠੀਕ ਹੋ ਗਈ। ਇਸ ਤਰ੍ਹਾਂ ਨਹੀਂ ਹੈ। ਉਹ ਜਿੰਨੇ ਲੋਕ ਨੇ ਉਹ ਐਕਟਰਸ ਨੇ ਬੇਸਿਕਲੀ, ਤਾਂ ਜੋ ਕਰ ਰਹੇ ਉੱਥੇ ਐਕਟਿੰਗ ਹੁੰਦੀ ਹੈ, ਅਤੇ ਐਕਟਿੰਗ ਤੋਂ ਬਾਅਦ ਫਿਰ ਉਹ ਹੁਣ ਹਜ਼ਾਰਾਂ ਲੋਕ ਜਿਹੜੇ ਜੁੜੇ ਹੈ, ਜਿਹਦੀ ਦਿੱਕਤ ਹੁੰਦੀ ਨਾ, ਜਿਹਦੀ ਪਰਵਿੰਦਰ ਜੀ ਪ੍ਰੋਬਲਮ ਹੁੰਦੀ ਹੈ, ਕਿਸੇ ਨੂੰ ਕੈਂਸਰ ਲਾਸਟ ਸਟੇਜ ਹੈ, ਉਹ ਕਿਤੇ ਵੀ ਭੱਜਦਾ ਹੈ ਆਪਦੇ ਪਿਆਰੇ ਨੂੰ ਲੈ ਕੇ। ਬੜਿਆਂ ਨੂੰ ਲੱਗਦਾ ਹੋਣਾ ਕਿ ਸ਼ਾਇਦ ਉੱਥੇ ਜਾ ਕੇ ਦੇਖ ਲਈਏ, ਸ਼ਾਇਦ ਠੀਕ ਹੋ ਜਾਈਏ। ਜੇ ਮੰਨ ਲਓ 100 ਚੋਂ 2 ਨੇ ਵੈਸੇ ਹੀ ਠੀਕ ਹੋਣਾ ਹੋਵੇ ਤੇ ਉੱਥੇ ਜਾ ਕੇ ਹੋ ਜਾਣ, ਤੇ ਉਹ ਤਾਂ ਬਿਲੀਵ ਕਰਨ ਲੱਗ ਗਏ ਨਾ, 4 ਅੱਗੇ ਹੋਰ ਪ੍ਰਚਾਰ ਕਰ, ਹਾਂ ਉਹ ਤਾਂ ਬਿਲੀਵ ਕਰਨ ਲੱਗ ਗਏ। ਸੋ ਇਸ ਨੂੰ ਕੰਡੈਮ ਕਰੋ, ਇਹਦੇ ਖਿਲਾਫ ਇਕੱਠੇ ਹੋਵੋ, ਜਥੇਬੰਦੀਆਂ ਇਕੱਠੀਆਂ ਹੋਣ, ਖਾਸ ਤੌਰ 'ਤੇ ਸਿੱਖ ਜਥੇਬੰਦੀਆਂ, ਉਹਨਾਂ ਨੂੰ ਜਾ ਕੇ ਕਹਿਣ ਕਿ ਅਸੀਂ ਭਾਈਚਾਰੇ ਦੇ ਨਾਲ ਖੜੇ, ਕਨਵਰਜਨ ਜਾਂ ਪਖੰਡ ਦੇ ਖਿਲਾਫ ਤਾਂ ਹੈਗੇ ਆ, ਪਰ ਅਸੀਂ ਇਹ ਬਰਦਾਸ਼ਤ ਨਹੀਂ ਕਰਦੇ ਕਿ ਤੁਹਾਡੇ ਗਿਰਜਾ ਘਰ ਦੇ ਉੱਤੇ ਆ ਕੇ ਕੋਈ ਹਮਲਾ ਕਰਦੇ ਜਾਂ ਕੋਈ ਮੂਰਤੀ ਤੋੜਦੇ ਪ੍ਰਭੂ ਯਿਸੂ ਮਸੀਹ ਦੀ। ਸਾਡੀ ਬਿਲੀਫ ਭਾਵੇਂ ਨਾ ਹੋਵੇ, ਪਰ ਅਸੀਂ ਤੁਹਾਡੇ ਬਿਲੀਫ ਨੂੰ ਪ੍ਰੋਟੈਕਟ ਕਰਨ ਵਾਸਤੇ ਆਖਰੀ ਦਮ ਤੱਕ ਲੜਾਂਗੇ, ਆਖਰੀ ਸਾਹ ਤੱਕ ਲੜਾਂਗੇ। ਇਹ ਸਾਡਾ ਧਰਮ ਕਹਿੰਦਾ, ਤੇ ਅਸੀਂ ਇਹਦੇ ਵਾਸਤੇ ਖੜੇ, ਹਮੇਸ਼ਾ ਖੜਦੇ ਰਹੇ ਨੇ ਜੀ। ਸੋ SGPC ਦੀ ਕਿਤੇ ਘਾਟ ਰਹੀ ਹੈ ਵੱਡੀ ਸੰਸਥਾ? ਕਿਉਂ ਨਹੀਂ ਰਹੀ? ਇਹ ਤਾਂ ਇਸ ਤੋਂ ਵੱਡੀ ਘਾਟ ਹੋਰ ਇਦੋਂ ਵੱਡੀ ਸੰਸਥਾ ਤੁਹਾਡੇ ਕੋਲੇ ਕਿਹੜੀ ਹੈ? ਕੀ ਕਰ ਸਕੇ ਪਿਛਲੇ 100 ਸਾਲ ਤੁਹਾਨੂੰ ਹੋ ਚੱਲੇ, 1925 ਦੇ ਤੁਸੀਂ ਬਣੇ ਹੋ, 1900 ਆਜ਼ਾਦੀ ਤੋਂ ਪਹਿਲਾਂ ਵੀ ਕਨਵਰਜਨਸ ਹੋਈਆਂ ਹੋਣਗੀਆਂ, ਬਿਲਕੁਲ ਆਜ਼ਾਦੀ ਤੋਂ ਬਾਅਦ ਵੀ ਕਨਵਰਜਨਸ ਹੋਈਆਂ, ਧੜਾ ਧੜ ਹੋ ਰਹੀਆਂ, ਤੇ ਫਿਰ ਉਹਨੂੰ ਰੋਕਣ ਵਾਸਤੇ ਜਥੇਦਾਰ ਸਾਹਿਬ ਸਤਿਕਾਰਤ ਨੇ, ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ, ਤੇ ਹੁਕਮ ਤਾਂ ਮੰਨਣਾ ਪੈਣਾ। ਪਰ ਕਦੇ SGPC ਨੂੰ ਵੀ ਜਥੇਦਾਰ ਸਾਹਿਬ ਸਵਾਲ ਕਰ ਲੈਣ ਵੀ ਤੁਹਾਡਾ ਧਰਮ ਪ੍ਰਚਾਰ ਕਿੱਥੇ ਰਹਿ ਗਿਆ? ਤੁਸੀਂ ਹੋਰ 4 ਜੇ ਨਹੀਂ ਜੋੜ ਸਕੇ ਤਾਂ ਜਿਹੜੇ ਸੀਗੇ ਉਹਨਾਂ ਨੂੰ ਰੱਖ ਕਿਉਂ ਨਹੀਂ ਸਕੇ ਆਪਦੇ ਨਾਲ? ਤੁਸੀਂ ਉਹਨਾਂ ਵੀਕਰਸ ਵਾਸਤੇ ਕੀ ਕਰ ਸਕੇ? ਤੁਹਾਡੇ ਸਕੂਲਸ, ਐਜੂਕੇਸ਼ਨ ਇੰਸਟੀਟਿਊਟਸ ਕਿੱਥੇ ਹੈ ਜਿੱਥੇ ਮੁਫਤ ਦੇ ਵਿੱਚ ਉਹ ਸਿੱਖਿਆ ਹਾਸਲ ਕਰ ਸਕਣ? ਤੁਸੀਂ ਇਸ ਤਰ੍ਹਾਂ ਦਾ ਸਿਸਟਮ ਕਿਉਂ ਨਹੀਂ ਡਿਵੈਲਪ ਕਰ ਸਕੇ? ਹੋਰ ਸਵਾਲ ਕਿਹਨੂੰ ਕਰੋਗੇ ਤੁਸੀਂ? SGPC ਨੂੰ ਨਹੀਂ ਕਰੋਗੇ ਤਾਂ ਫਿਰ ਜਾ ਕੇ ਕਿਹਨੂੰ? ਅਸੀਂ ਪੋਪ ਨੂੰ ਥੋੜ੍ਹੀ ਕਰਾਂਗੇ ਜਾ ਕੇ। ਸਿਰਮੌਰ ਸੰਸਥਾ ਸਾਡੀ ਸਭ ਤੋਂ ਵੱਡੀ ਸੰਸਥਾ ਉਹੀ ਹੈ। ਤਾਂ ਇਹ ਵੱਡਾ ਫੇਲੀਅਰ SGPC ਦਾ ਹੈ ਪਰਵਿੰਦਰ ਜੀ। ਇਹਦੇ 'ਚ ਜਥੇਦਾਰ ਸਾਹਿਬ ਬਿਆਨ ਦਿੰਦੇ ਨੇ ਕਿ ਧਰਮ ਪਰਿਵਰਤਨ ਖਤਰਾ ਹੈ, ਤੇ ਉਸ ਤੋਂ ਬਾਅਦ ਨਾਲ ਦੀ ਨਾਲ ਹਰਜੀਤ ਗਰੇਵਾਲ ਹੋਰਾਂ ਦਾ ਬਿਆਨ ਵੀ ਆ ਜਾਂਦਾ BJP ਆਗੂ ਦਾ ਕਿ ਦੇਸ਼ ਲਈ ਖਤਰਾ ਹੈ ਧਰਮ ਪਰਿਵਰਤਨ। ਇਸ ਨੂੰ ਕਿਵੇਂ ਦੇਖਦੇ? ਨਹੀਂ ਦੇਖੋ, BJP ਦੀ ਤਾਂ BJP ਨੇ ਪੋਲਰਾਈਜੇਸ਼ਨ ਦੀ ਸਿਆਸਤ ਕਰਨੀ ਹੈ। ਉਹਨਾਂ ਨੇ ਨੈਸ਼ਨਲ ਲੈਵਲ ਤੇ ਹਿੰਦੂ ਮੁਸਲਮਾਨ ਦੀ ਸਿਆਸਤ ਕਰਨੀ ਹੈ। ਪੰਜਾਬ 'ਚ ਉਹਨਾਂ ਨੂੰ ਈਸਾਈ ਵਰਸਿਸ ਸਿੱਖ ਜਾਂ ਈਸਾਈ ਵਰਸਿਸ ਹਿੰਦੂ ਦਿਖ ਰਿਹਾ। ਪੰਜਾਬ ਨੇ ਸਮਝਣਾ ਇਹ ਕਿ ਅਸੀਂ ਇਹ ਨਹੀਂ ਹੋਣ ਦੇਣਾ। ਬਿਲਕੁਲ, ਈਸਾਈ ਸਾਡਾ ਦੁਸ਼ਮਣ ਥੋੜ੍ਹੀ ਹੈ, ਈਸਾਈ ਨਾਲ ਸਾਡਾ ਕੋਈ ਰੌਲਾ ਥੋੜ੍ਹੀ ਹੈ। ਜੇ ਕੋਈ ਕਨਵਰਟ ਹੋ ਕੇ ਈਸਾਈ ਬਣ ਗਿਆ ਤੇ ਉਹ ਵੀ ਸਾਡਾ ਭਰਾ ਹੈ। ਪਰ ਜੇ ਤੁਹਾਨੂੰ ਲੱਗਦਾ ਕਿ ਕਨਵਰਜਨਸ ਗਲਤ ਹੋ ਰਹੀਆਂ ਤਾਂ ਫਿਰ ਤੁਸੀਂ ਉਹਦੇ ਲਈ ਕੀਤਾ ਕੀ, ਜੋ ਮੈਂ ਪਿਛਲੇ ਅੱਧੇ ਘੰਟੇ ਤੋਂ ਤੁਹਾਡੇ ਨਾਲ ਪੂਰੀ ਗੱਲ ਕੀਤੀ ਹੈ। ਜ਼ਰੂਰੀ ਸੀਗਾ। ਤੁਸੀਂ ਉਹਨਾਂ ਨੂੰ ਅਪਲਿਫਟਮੈਂਟ ਲਈ ਕੁਝ ਨਹੀਂ ਕੀਤਾ, ਤੇ ਫਿਰ ਉਹ ਉੱਧਰ ਚਲੇ ਗਏ। ਫਿਰ ਤੁਸੀਂ ਮਾਰ ਥੋੜ੍ਹੀ ਦਿਓਗੇ ਜਾ ਕੇ। ਤੁਸੀਂ ਕੱਲ ਨੂੰ ਅਦਾਰੇ ਖੜੇ ਕਰੋ, ਤੁਸੀਂ ਐਜੂਕੇਸ਼ਨਲ ਇੰਸਟੀਟਿਊਟਸ ਖੜੇ ਕਰੋ, ਤੁਸੀਂ ਉਹਨਾਂ ਦੀ ਸਪੋਰਟ ਚਾਹੋ, ਉਹਨਾਂ ਦੀ ਹੈਲਪ ਕਰੋ। ਸਪਿਰਿਚੁਅਲੀ ਵੀ ਉਹਨਾਂ ਨੂੰ ਲੋੜ ਹੈ। ਤੁਸੀਂ ਸਪਿਰਿਚੁਅਲੀ ਕੀ ਕਰ ਸਕੇ? ਕਿਉਂ ਲੱਖਾਂ ਦਾ ਇਕੱਠ ਹੋ ਜਾਂਦਾ ਬਾਬਿਆਂ ਦੇ ਜਿਹੜੇ ਦੀਵਾਨ ਲੱਗਦੇ ਆ? ਕਿਉਂ ਜਦੋਂ ਤੁਸੀਂ ਕੋਈ ਕੀਰਤਨ ਸਮਾਗਮ ਕਰਦੇ ਹੋ ਉਦੋਂ ਨਹੀਂ ਸੰਗਤ ਪਹੁੰਚਦੀ? ਇਹ ਤੁਸੀਂ ਦੇਖੋ ਨਾ। ਕਿਹੜੇ ਪੰਜਾਬ 'ਚ 2-3 ਫੇਮਸ ਬਾਬੇ ਨੇ ਜਿਹੜੇ ਪ੍ਰਵਚਨ ਬਹੁਤ ਦਿੰਦੇ ਆ, ਜਿਹੜੇ ਸਿੱਖੀਜ਼ਮ 'ਚ ਜੁੜੇ ਹੋਏ ਆ। ਕਿੰਨਾ ਇਕੱਠ ਹੁੰਦਾ ਹੈ? 5-5 ਲੱਖ ਬੰਦਾ ਪਹੁੰਚ ਜਾਂਦਾ ਉਹਨਾਂ ਦੇ। ਬਿਲਕੁਲ। ਤੇ ਫਿਰ ਕਿਉਂ ਜਦੋਂ ਤੁਸੀਂ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਜਾਂ ਗੁਰਦੁਆਰਾ ਕਿਸੇ ਹੋਰ ਗੁਰੂ ਘਰ ਦੇ ਵਿੱਚ ਜਦੋਂ ਤੁਸੀਂ ਕੋਈ ਕੀਰਤਨ ਸਮਾਗਮ ਰੱਖਦੇ ਹੋ, ਤੁਸੀਂ ਗੁਰੂ ਗ੍ਰੰਥ ਸਾਹਿਬ ਦਾ ਪਹਿਲਾ ਪ੍ਰਕਾਸ਼ ਪੁਰਬ ਲੰਘ ਕੇ ਗਿਆ, ਕਿੰਨੇ ਕੁ ਸਮਾਗਮ ਹੋਏ ਮੈਨੂੰ ਦੱਸੋ ਪੂਰੇ ਪੰਜਾਬ 'ਚ? ਕਿੰਨੇ ਗੁਰੂ ਘਰਾਂ ਦੇ ਵਿੱਚ ਹੋਏ ਤੇ ਕਿੰਨੀ ਸੰਗਤ ਉੱਥੇ ਗਈ? ਕਿੰਨੇ ਲੋਕ ਘਰੋਂ ਨਿਕਲੇ? ਨਹੀਂ ਨਿਕਲੇ ਨਾ। ਫਿਰ ਇਹਦੇ 'ਚ ਕਮੀ ਕਿਹਦੀ ਹੈ? ਲੋਕਾਂ ਦੀ। ਜਦੋਂ ਤੁਸੀਂ ਆਰਗੇਨਾਈਜ਼ ਹੀ ਨਹੀਂ ਕਰ ਰਹੇ, ਤੁਸੀਂ ਲਿਆ ਹੀ ਨਹੀਂ ਰਹੇ, ਤੁਸੀਂ ਖਿੱਚ ਹੀ ਨਹੀਂ ਪਾ ਰਹੇ, ਤਾਂ ਫਿਰ ਇਹਦੇ 'ਚ ਕਸੂਰ ਕਿਹਦਾ? ਕਸੂਰ SGPC ਦਾ ਸ਼ਰੇਆਮ। ਖਿੱਚ ਦਾ ਕੇਂਦਰ ਕੀ? ਐਜੂਕੇਸ਼ਨ, ਮੁਫਤ ਸਿੱਖਿਆ, ਸਾਰਾ ਕੁਛ ਹੈ। ਇਹ ਓਵਰਆਲ ਟੋਟੈਲਿਟੀ ਦੀ ਗੱਲ ਹੈ ਪਰਵਿੰਦਰ। ਕੱਲਾ ਉਹਨਾਂ ਨੂੰ ਐਜੂਕੇਸ਼ਨ ਥੋੜ੍ਹੀ ਮਿਲ ਰਹੀ ਹੈ, ਤੁਹਾਨੂੰ ਮੈਂਟਲ ਪੀਸ ਵੀ ਚਾਹੀਦਾ ਹੈ। ਮੈਂ ਪਿੰਡ ਦੇ ਵਿੱਚ ਦੁਤਕਾਰਿਆ ਜਾਵਾਂ, ਕੋਈ ਕਵੇ ਅਸੀਂ ਉੱਚੀ ਜਾਤ ਦੇ ਹਾਂ, ਤੂੰ ਵਿਹੜੇ ਵਾਲਾ, ਤੂੰ ਨੀਵਾਂ, ਇਨਡਾਇਰੈਕਟਲੀ ਮੈਨੂੰ ਜਿਤਾਇਆ ਜਾਵੇ, ਮੈਨੂੰ ਇਹ ਦੱਸਿਆ ਜਾਵੇ ਵੀ ਆਹ ਗੁਰਦੁਆਰਾ ਇਹਨਾਂ ਦਾ, ਆਹ ਗੁਰਦੁਆਰਾ ਇਹਨਾਂ ਦਾ, ਤੁਹਾਡਾ ਉੱਧਰ ਲੈ। ਮੇਰੀਆਂ ਮੜੀਆਂ ਵੀ ਅੱਡ ਹੋਣ, ਮੈਨੂੰ ਮਕਾਨ ਵੀ ਅੱਡ ਕਰਨ,
ਹੋ ਰਿਹਾ ਹੈ। ਅਸੀਂ ਉਹ ਬੰਦੇ ਇੱਕ ਖਾਸ ਭਾਸ਼ਾ ਨਾਲ ਬੁਲਾਏ ਜਾਣ, ਇੱਕ ਖਾਸ ਸ਼ਬਦ ਨਾਲ ਉਹਨਾਂ ਨੂੰ ਬੁਲਾਇਆ ਜਾਵੇ ਵੀ ਇਹ ਤਾਂ ਉਹ ਵਾਲੇ ਨੇ, ਤੇ ਫਿਰ ਮੈਂ ਦੱਸੋ ਤੁਹਾਡੇ ਤੋਂ ਕੀ ਲੈਣਾ ਦੇਣਾ। ਜਿੱਥੇ ਮੈਨੂੰ ਜਾ ਕੇ ਸਮਾਨਤਾ ਮਿਲੀ, ਬਾਬੇ ਨਾਨਕ ਨੇ ਤਾਂ ਇਕੁਐਲਿਟੀ ਦਿੱਤੀ ਸੀ ਨਾ ਤੁਹਾਨੂੰ, ਇੱਜ਼ਤ ਦਿੱਤੀ ਹੈ ਸਾਰੇ ਵਰਗ। ਜਿੱਥੇ ਉਹਨਾਂ ਨੂੰ ਇਕੁਐਲਿਟੀ ਮਿਲ ਗਈ, ਉਹ ਉੱਥੇ ਆ ਕੇ ਸਾਰਿਆਂ ਨੂੰ ਇਕੱਠਾ ਭਾ ਲੈਂਦੇ ਆ। ਉੱਥੇ ਉਹ ਸਾਰੇ ਇੱਕੋ ਵਰਗੇ ਨੇ, ਉਹਨਾਂ ਨੂੰ ਇਹ ਮਹਿਸੂਸ ਨਹੀਂ ਹੁੰਦਾ ਵੀ ਇਹ ਉੱਚਾ ਹੈ ਤੇ ਮੈਂ ਨੀਵਾਂ। ਉੱਥੇ ਉਹਨੂੰ ਲੱਗਦਾ ਕਿ ਸਾਰੇ ਇੱਕੋ ਜਿਹੇ ਹਾਂ ਅਸੀਂ, ਤੇ ਫਿਰ ਉਹ ਮੰਨਣ ਲੱਗ ਗਏ ਉਹਨਾਂ ਨੂੰ। ਹੁਣ ਇਹਨੂੰ ਤੁਸੀਂ ਜਿਵੇਂ ਮਰਜ਼ੀ ਲਓ, ਬੜਿਆਂ ਨੂੰ ਪ੍ਰੋਬਲਮ ਹੋ ਗਈ ਇਸ ਗੱਲ ਤੋਂ, ਸੱਚ ਇਹੀ ਹੈ। ਸੋ ਸੁਣਿਆ ਤੁਸੀਂ ਜੋ ਪੰਜਾਬ ਦੇ ਵਿੱਚ ਹੋ ਰਿਹਾ ਹੈ, ਆਖਿਰ ਕਿਸ ਦੀ ਸਾਜ਼ਿਸ਼ ਹੈ, ਇਸ ਦਾ ਪਰਦਾਫਾਸ਼ ਹੋਣਾ ਜ਼ਰੂਰੀ ਹੈ। ਸੋ ਪੁਲਿਸ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਜਲਦ ਤੋਂ ਜਲਦ ਦੋਸ਼ੀਆਂ ਨੂੰ ਫੜ ਕੇ ਗ੍ਰਿਫਤਾਰ ਕੀਤਾ ਜਾਵੇ। ਸੋ ਲੋਕਾਂ ਨੂੰ ਵੀ ਚਾਹੀਦਾ ਹੈ, ਪੰਜਾਬ ਵਾਸੀਆਂ ਨੂੰ ਵੀ ਚਾਹੀਦਾ ਹੈ, ਧਾਰਮਿਕ ਭਾਵਨਾਵਾਂ ਦੇ ਵਹਿਣ ਦੇ ਵਿੱਚ ਆ ਕੇ, ਜਜ਼ਬਾਤਾਂ ਦੇ ਵਹਿਣ 'ਚ ਆ ਕੇ ਕੋਈ ਅਜਿਹਾ ਕਦਮ ਨਾ ਚੁੱਕਿਆ ਜਾਵੇ ਜਿਸ ਨਾਲ ਪੰਜਾਬ ਦਾ ਮਾਹੌਲ ਖਰਾਬ ਹੋਵੇ। ਸੋ ਉਮੀਦ ਕਰਦੇ ਹਾਂ ਤੁਹਾਡੀ ਜਾਣਕਾਰੀ 'ਚ ਵਾਧਾ ਹੋਇਆ ਹੋਵੇਗਾ। ਦੇਖਦੇ ਰਹੋ ਔਨ 에ਅਰ।